ਵਾਹਿਗੁਰੂ ਸਾਹਿਬ ਜੀਓ ਦੋਹਰਾ। ਸਤ ਸੰਗਤ ਕੇ ਸੰਗ ਤੇ ਦ੍ਰਿੜ ਹੋਇਓ ਅਭਿਆਸ। ਗਇਓ ਭੁਲਾਵਾ ਭਰਮ ਕਾ ਸਹਿਜ ਸੁਖ ਹੈ ਪ੍ਰਕਾਸ਼। ਸਤ ਸੰਗਤ ਕੇ ਸੰਗ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪਾਂ ਦੇ ਪ੍ਰਤੀ ਉਪਦੇਸ਼ ਸਤਿਗੁਰੂ ਮਹਾਰਾਜ ਨੇ 533 ਸਾਲ ਪਹਿਲਾਂ ਉਪਦੇਸ਼ ਕੀਤਾ ਹੈ ਅੱਜ ਤੋਂ, ਅਤੇ ਉਹੀ ਉਪਦੇਸ਼ ਹੁਣ ਸੰਗਤਾਂ ਪ੍ਰਤੀ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ। ਇੱਕ ਜੀਵ ਨੂੰ ਸਮਝਾ ਕੇ ਉਹਦੇ ਰਾਹੀਂ ਕਰੋੜਾਂ ਜੀਵਾਂ ਦਾ ਉਧਾਰ ਕਰਨਾ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਪਾਉਂਦੇ ਨੂੰ ਉਪਦੇਸ਼ ਦਿੱਤਾ ਮਹਾਰਾਜ ਨੇ ਦੁਨੀਆ ਦੇ ਅੰਦਰ ਮਨੁੱਖ ਦੇ ਕਈ ਪ੍ਰਕਾਰ ਦੇ ਸ਼ੰਕੇ, ਜਿਨ੍ਹਾਂ ਗੱਲਾਂ ਨੂੰ ਲੈ ਕੇ ਮਨੁੱਖ ਭਗਤੀ ਤੋਂ ਪਿੱਛੇ ਹਟ ਜਾਂਦਾ। ਫਿਰ ਮਹਾਰਾਜ ਜੀ ਨੇ ਚਾਨਣ ਪਾਇਆ ਕਿ ਭਗਤੀ ਦੀ ਬਹੁਤ ਜ਼ਰੂਰਤ ਹੈ। ਅੱਗੇ ਪਰਲੋਕ ਦੇ ਵਿੱਚ ਜਾ ਕੇ ਹੋਰ ਕੋਈ ਚੀਜ਼ ਕੰਮ ਨਹੀਂ ਆਉਂਦੀ। ਇਸ ਤਰ੍ਹਾਂ ਪਾਂਧੇ ਦੇ ਮਨ ਦੇ ਅੰਦਰ ਮਹਾਰਾਜ ਨੇ ਸ਼ਰਧਾ ਭਾਵਨਾ ਪੈਦਾ ਕਰ ਦਿੱਤੀ ਹੈ। ਸਤ ਸੰਗਤ ਦੱਸ ਦਿੱਤੀ ਹੈ, ਆਪਣੇ ਸਰੂਪ ਦਾ ਗਿਆਨ ਦੇ ਦਿੱਤਾ ਹੈ। ਕਥਾ ਕਰਨੀ, ਕਥਾ ਤਾਂ ਬਹੁਤ ਲੋਕ ਕਰਦੇ ਹੋਣਗੇ, ਉਪਦੇਸ਼ ਕਰਦੇ ਹੋਣਗੇ, ਪਰ ਜਿਹੜਾ ਉਪਦੇਸ਼ ਇੱਕ ਵਾਰ ਗੁਰੂ ਨਾਨਕ ਦੇਵ ਜੀ ਨੇ ਕਰ ਦਿੱਤਾ ਅਤੇ ਨਾਲ ਹੀ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਹੈ, ਭਰਮ ਦੇ ਛਾੜ ਮਨ ਦੇ ਅੰਦਰੋਂ ਕੱਟ ਦਿੱਤੇ ਹਨ ਔਰ ਛਿੰਨ ਦੇ ਵਿੱਚ ਹੀ ਨਿਹਾਲ ਕਰ ਦਿੰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦਾ ਉਪਦੇਸ਼ ਅੱਗੇ ਸ਼੍ਰਵਣ ਕਰੀਏ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸਤ ਸੰਗਤ ਕੇ ਸੰਗ ਤੇ ਦ੍ਰਿੜ ਹੋਇਓ ਅਭਿਆਸ। ਹੁਣ ਆਪਣੇ ਨਿਜ ਸਰੂਪ ਨੂੰ ਅੰਦਰੋਂ ਦੇਖਣ ਲਈ ਸਤ ਸੰਗਤ ਦੀ ਲੋੜ ਪੈਂਦੀ ਹੈ। ਸੰਗਤ ਵਿੱਚ ਜਦੋਂ ਤੱਕ ਨਹੀਂ ਬੈਠਦੇ ਉਦੋਂ ਤੱਕ ਗੁਰੂ ਸਾਹਿਬ ਦੀ ਕਿਰਪਾ ਨਹੀਂ ਹੁੰਦੀ। ਇਸ ਤਰ੍ਹਾਂ ਹੁਣ ਇਹ ਗੁਰੂ ਨਾਨਕ ਦੇਵ ਜੀ ਦੀ ਸੰਗਤ ਹੋ ਗਈ ਹੈ ਅਤੇ ਸੰਗਤ ਵਿੱਚ ਬਹਿਣ ਵੀ ਲੱਗ ਪਿਆ ਹੈ। ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ। ਸਤ ਸੰਗਤ ਕੇ ਸੰਗ ਤੇ ਦ੍ਰਿੜ ਹੋਇਓ ਅਭਿਆਸ। ਜਿਹੜੇ ਜੀਵ ਸੰਗਤ ਵਿੱਚ ਬਹਿਣ ਲੱਗ ਜਾਂਦੇ ਨੇ ਉਹਨਾਂ ਨੂੰ ਹੌਲੀ ਹੌਲੀ ਨਾਮ ਦਾ ਅਭਿਆਸ ਸੁਣ ਸੁਣ ਕੇ ਸਾਰੀ ਕਥਾ ਕੀਰਤਨ ਬਾਣੀ ਨਾਮ ਦਾ ਹੀ ਉਪਦੇਸ਼ ਕਰਦੀ ਹੈ। ਇਸ ਤਰ੍ਹਾਂ ਉਹਨਾਂ ਦੇ ਮਨ ਦੇ ਅੰਦਰ ਨਾਮ ਦ੍ਰਿੜ ਹੋ ਜਾਂਦਾ ਹੈ। ਗਇਓ ਭੁਲਾਵਾ ਭਰਮ ਕਾ ਸਹਿਜ ਸੁਖ ਹੈ ਪ੍ਰਕਾਸ਼। ਉਹ ਭਰਮ ਭੁਲਾਵਾ ਮਿਟ ਗਿਆ ਜਿਹੜਾ ਮਨ ਦੇ ਅੰਦਰ ਸੀ, ਅਤੇ ਸਹਿਜ ਹੀ ਸੁਖ ਦੇ ਦੇਣ ਵਾਲਾ ਆਤਮਕ ਪ੍ਰਕਾਸ਼, ਅੰਦਰਲਾ ਪ੍ਰਕਾਸ਼, ਜੋ ਅੰਦਰਲਾ ਆਤਮਕ ਪ੍ਰਕਾਸ਼ ਜਿਹਨੂੰ ਕਹਿੰਦੇ ਨੇ, ਉਹ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਹੋ ਗਿਆ। ਚੌਪਾਈ ਦੇਹ ਦੁਖੀ ਤੇ ਦੁਖ ਨਹਿ ਮਨ ਹੈ। ਜਦੋਂ ਦੇਹੀ ਦੁਖੀ ਹੁੰਦੀ ਹੈ, ਅੰਦਰ ਪ੍ਰਕਾਸ਼ ਹੋਵੇ, ਗਿਆਨ ਹੋਵੇ, ਸਹਿਜ ਹੋਵੇ, ਉਦੋਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਦੁੱਖ ਨਹੀਂ ਮੰਨਦਾ, ਦੇਹ ਦੁਖੀ ਤੇ ਦੁੱਖ ਨਹਿ ਮੰਨਦਾ। ਦੁਖੀ ਹੋਣ ਕਰਕੇ ਦੇਹੀ, ਅੰਦਰ ਪ੍ਰਕਾਸ਼ ਹੋਣ ਕਰਕੇ ਫਿਰ ਆਤਮਕ ਆਨੰਦ ਇੰਨਾ ਜ਼ਿਆਦਾ ਵੱਡਾ ਹੁੰਦਾ ਹੈ ਕਿ ਸੰਸਾਰ ਦੇ ਦੁੱਖ, ਦੇਹੀ ਦੇ ਦੁੱਖ
ਸਾਰੇ ਦੁੱਖ ਬਹੁਤ ਤੁੱਛ ਜਿਹੇ ਲੱਗਦੇ ਨੇ, ਕਿਉਂਕਿ ਦੁੱਖ ਹੁੰਦਾ ਹੀ ਛੋਟਾ ਹੈ। ਜਦੋਂ ਆਤਮਿਕ ਆਨੰਦ ਮਿਲ ਜਾਵੇ, ਸਰੀਰਕ ਦੁੱਖ, ਸਰੀਰਕ ਸੁੱਖ ਇੱਕ ਵੱਖਰੀ ਚੀਜ਼ ਹੈ। ਆਤਮਾ ਰੂਪ ਜਿਹੜਾ ਅੰਦਰ ਹੈ ਸਾਡਾ, ਉਹਨੂੰ ਦੁੱਖ ਹੁੰਦਾ ਹੀ ਨਹੀਂ, ਉੱਥੇ ਸਿਰਫ ਸੁੱਖ ਹੀ ਸੁੱਖ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਜਦੋਂ ਉਹਦੇ ਅੰਦਰ ਆਤਮਿਕ ਪ੍ਰਕਾਸ਼ ਹੋ ਜਾਂਦਾ ਹੈ, ਜਾਂ ਪਾਂਧੇ ਦੇ ਵੀ ਹੋਇਆ ਜਾਂ ਕਿਸੇ ਜੀਵ ਦੇ ਅੰਦਰ ਹੁੰਦਾ ਹੈ, ਤਾਂ ਉਹਨੂੰ ਸੰਸਾਰ ਦੇ ਜਿਹੜੇ ਦੁੱਖ ਨੇ ਮਾਮੂਲੀ ਜਿਹੇ ਲੱਗਦੇ ਨੇ। ਐਵੇਂ ਹੀ ਬਹੁਤ ਛੋਟਾ ਜਿਹਾ ਦੁੱਖ ਪ੍ਰਤੀਤ ਹੁੰਦਾ ਹੈ, ਕਿਉਂਕਿ ਅੰਦਰ ਬਹੁਤ ਠੰਡ ਸ਼ਾਂਤੀ ਪੈਦਾ ਹੋ ਜਾਂਦੀ ਹੈ। ਅਨਕ ਬਿਲਾਸਨ ਸੁਖ ਨਹਿ ਜਨ ਹੈ। ਹੁਣ ਜਿਹੜੇ ਸੰਸਾਰੀ ਸੁੱਖ ਨੇ, ਅਨੇਕ ਪ੍ਰਕਾਰ ਦੇ ਭੋਗ ਵਿਲਾਸ, ਖਾਣੇ ਪੀਣੇ, ਉਹਨਾਂ ਦੇ ਸੁੱਖਾਂ ਨੂੰ ਬ੍ਰਹਮ ਗਿਆਨੀ ਸੁੱਖ ਨਹੀਂ ਜਾਣਦਾ, ਕਿਉਂਕਿ ਸਰੀਰਕ ਸੁੱਖ ਤੁੱਛ ਹੈ। ਬਿਨਸ ਜਾਏ ਜੋ ਨਿਮਕ ਮੈਂ, ਸੋ ਅਲਪ ਸੁਖ ਭਣੀਆਂ। ਮਹਾਰਾਜ ਕਹਿੰਦੇ ਨੇ, ਵਿਖੇ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾ ਰਸ ਪੀਓ। ਇਸ ਕਰਕੇ ਅੰਦਰ ਜਿਹੜਾ ਆਤਮਿਕ ਗਿਆਨ ਹੋਣ ਕਰਕੇ, ਪ੍ਰਕਾਸ਼ ਹੋਣ ਕਰਕੇ ਦੁੱਖ ਨੂੰ ਦੁੱਖ ਨਹੀਂ ਮੰਨਿਆ। ਸਰੀਰਕ ਦੁੱਖ, ਸਰੀਰਕ ਸੁੱਖ ਨੂੰ, ਸੰਸਾਰੀ ਸੁੱਖ ਨੂੰ ਸੁੱਖ ਨਹੀਂ ਮੰਨਦੇ। ਥਿਰਤਾ ਪਾਏ ਨਾ ਡੋਲਹਿ ਸੋ। ਉਹਨੂੰ ਥਿਰਤਾ ਹੋ ਜਾਂਦੀ, ਟਿਕਾਓ, ਇਕਾਗਰਤਾ ਪ੍ਰਾਪਤ ਹੋ ਜਾਂਦੀ ਹੈ, ਉਹ ਡੋਲਦਾ ਨਹੀਂ ਹੈ। ਮਨ ਦੇ ਅੰਦਰ ਟਿਕਾਓ ਬਣ ਜਾਂਦਾ, ਬਾਹਰਲੀਆਂ ਸਾਰੀਆਂ ਹੀ ਗੱਲਾਂ ਖਤਮ ਹੋ ਜਾਂਦੀਆਂ ਉਹਦੇ ਵਾਸਤੇ। ਨੌਵੇਂ ਪਾਤਸ਼ਾਹ ਨੇ ਬਚਨ ਕਰ ਦਿੱਤੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਹਰ ਭੈ ਨਹੀਂ ਜਾ ਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾ ਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰਾ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਸੋ ਕਾਮ ਕ੍ਰੋਧ ਜੇ ਪਰਸੈ ਨਾਹਨ, ਤੇ ਕਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਇਹ ਅੰਦਰਲੇ ਆਤਮਿਕ ਸੁੱਖ ਕਰਕੇ ਬਾਹਰਲਾ ਕੁਝ ਵੀ ਪ੍ਰਤੀਤ ਨਹੀਂ ਹੁੰਦਾ। ਜਿਵੇਂ ਮਹਾਰਾਜ ਨੇ ਬਚਨ ਕੀਤਾ, ਪੋਖ ਤੁਖਾਰ ਨਾ ਵਿਆਪੇ, ਕੰਠ ਮਿਲਿਆ ਹਰ ਨਾਮ। ਅੰਦਰ ਜੇ ਆਤਮਿਕ ਆਨੰਦ ਪ੍ਰਕਾਸ਼ ਹੋ ਗਿਆ, ਬਾਹਰਲੀ ਠੰਡ, ਬਾਹਰਲੀ ਗਰਮੀ, ਬਾਹਰਲਾ ਦੁੱਖ ਸੁੱਖ, ਬਾਹਰਲੀ ਨਿੰਦਾ ਚੁਗਲੀ, ਬਾਹਰ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਸਾਰੇ ਪ੍ਰਭਾਵ ਖਤਮ ਹੋ ਜਾਂਦੇ ਨੇ। ਬਾਹਰ ਚਾਹੇ ਕੋਈ ਕੁਝ ਵੀ ਹੋ ਜਾਏ, ਕਿਸੇ ਨੂੰ ਦੁਨਿਆਵੀ ਖੁਸ਼ੀ ਆ ਜਾਏ, ਬ੍ਰਹਮ ਗਿਆਨੀ ਨੂੰ ਕੋਈ ਹਾਸਾ ਨਹੀਂ ਆਉਂਦਾ। ਦੁਨਿਆਵੀ ਦੁੱਖ ਹੋ ਜਾਵੇ, ਉਹਨੂੰ ਕੋਈ ਦੁੱਖ ਨਹੀਂ ਹੁੰਦਾ। ਸਮਬਿਰਤੀ ਹੋ ਜਾਂਦੀ, ਕਿਉਂਕਿ ਉਹਦੇ ਅੰਦਰ ਇੰਨਾ ਵੱਡਾ ਸੁੱਖ ਹੈ, ਬਹੁਤ ਜ਼ਿਆਦਾ ਵੱਡਾ ਸੁੱਖ ਹੋਣ ਕਰਕੇ। ਦੁਨਿਆਵੀ ਸੁੱਖ ਪਾਣੀ ਦੀ ਇੱਕ ਬੂੰਦ ਵਰਗੇ ਨੇ, ਆਤਮਿਕ ਗਿਆਨ ਸਮੁੰਦਰ ਵਾਂਗ ਹੈ। ਕਿਉਂ ਸਮੁੰਦਰ ਦੇ ਸਾਹਮਣੇ ਇੱਕ ਬੂੰਦ ਕੀ ਚੀਜ਼ ਹੈ। ਸੋ ਇਸ ਕਰਕੇ ਜੇ ਸਤਿਗੁਰੂ ਤੱਤੀ ਤਵੀ ਤੇ ਬੈਠੇ ਨੇ, ਉਹ ਤਾਂ ਬਹੁਤ ਸਮੁੰਦਰ ਨੇ ਸੁੱਖ ਦਾ, ਇਹ ਦੁੱਖ ਦੀ ਪ੍ਰਤੀਤੀ ਨਹੀਂ ਹੋ ਰਹੀ। ਨੌਵੇਂ ਪਾਤਸ਼ਾਹ ਮਹਾਰਾਜ ਨੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ, ਆਪ ਵੀ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਿਆ। ਰਹੇ ਏਕ ਰਸ ਦੁਆਇਤ ਹੈ ਖੋਊ। ਇੱਕ ਰਸ ਬਿਰਤੀ ਹੋ ਗਈ, ਦਵੈਸ਼ ਮਨ ਦੇ ਅੰਦਰੋਂ ਖਤਮ ਹੋ ਗਈ, ਦਜੈਗੀ ਮੁੱਕ ਗਈ। ਜਨਮ ਮਰਨ ਤਿਨ ਤੇ ਛੁੱਟ ਗਏ। ਹੁਣ ਜਿਹੜੇ ਸੀ ਅੰਦਰ ਪ੍ਰਕਾਸ਼ ਹੋਣ ਕਰਕੇ ਜਨਮ ਅਤੇ ਮਰਨ ਉਹਨਾਂ ਤੋਂ ਛੁੱਟ ਗਏ ਨੇ। ਜਿਹੜੇ ਲੋਕ ਅਭਿਆਸ ਨਹੀਂ ਕਰਦੇ ਆਪ, ਹੁਣ ਜਿਵੇਂ ਕਥਾ ਸੁਣਨੀ ਸਾਰਿਆਂ ਨੇ ਸੁਣ ਲਈ, ਸਾਰੇ ਵਰਲਡ ਦੇ ਵਿੱਚ ਇੰਨੀਆਂ ਸੀੜੀਆਂ ਚਲੀਆਂ ਗਈਆਂ, ਲੋਕਾਂ ਸੁਣੀ, ਕਈ ਸਤਸੰਗਤ ਹੀ ਨਹੀਂ ਕਰਦੇ, ਕਈਆਂ ਨੇ ਅੰਮ੍ਰਿਤ ਹੀ ਨਹੀਂ ਛਕਿਆ ਹੋਇਆ, ਕਈ ਆਪ ਅਭਿਆਸ ਨਹੀਂ ਕਰਦੇ, ਕੋਈ ਨਿਤਨੇਮ ਨਹੀਂ ਕਰਦੇ, ਜਿਨ੍ਹਾਂ ਦੀ ਫਿਰ ਉਹ ਰੀਤੀ ਹੀ ਨਹੀਂ ਹੈ। ਸੁਣ ਲਿਆ, ਉਹ ਸੁਣ ਕੇ ਉਹਨਾਂ ਸਾਰੀਆਂ ਗੱਲਾਂ ਨੂੰ ਕਹਿੰਦੇ ਨੇ ਇਹ ਐਵੇਂ ਗੱਲਾਂ ਹੀ ਮਾਰੀਆਂ ਹੋਈਆਂ। ਪਰ ਜਿਹੜੇ ਅਭਿਆਸੀ ਨੇ, ਸਤਸੰਗੀ ਬੰਦੇ ਨੇ, ਜਿਨ੍ਹਾਂ ਨੂੰ ਪ੍ਰਕਾਸ਼ ਹੈ, ਜਿਨ੍ਹਾਂ ਨੂੰ ਸਭ ਕੁਝ ਪਤਾ, ਅਸਲ 'ਚ ਗੱਲ ਇਹ ਸੀ ਕਿ ਇਹ ਚੀਜ਼ਾਂ ਦੱਸਣੀਆਂ ਨਹੀਂ ਸੀ ਚਾਹੀਦੀਆਂ, ਕੁਝ ਵੀ ਨਹੀਂ ਸੀ ਦੱਸਣਾ ਚਾਹੀਦਾ, ਸੁਤੇ ਸਿੱਧ ਕਥਾ ਕਰੀ ਜਾਈਦੀ। ਪਰ ਕਿਉਂਕਿ ਕੌਮ ਦੀ ਹਾਲਤ ਇੰਨੀ ਮਾੜੀ ਹੋ ਗਈ ਕਿ ਸਾਰੇ ਹੀ ਥੱਲੇ ਨੂੰ ਡਿੱਗੀ ਜਾਂਦੇ ਸੀ, ਹੈ ਹੀ ਨਹੀਂ ਸਾਡੇ ਪੱਲੇ ਕੁਝ ਨਹੀਂ, ਹੈ ਹੀ ਕੁਝ ਨਹੀਂ,
ਤਾਂ ਫਿਰ ਉਹ ਚੀਜ਼ਾਂ ਜਿਹੜੀਆਂ ਮਨ੍ਹਾ ਵੀ ਕੀਤੀਆਂ ਹੋਈਆਂ ਸੀ ਉਹ ਵੀ ਦੱਸਣੀਆਂ ਪਈਆਂ, ਭਾਵੇਂ ਉਹਦੇ ਨਾਲ ਕਈਆਂ ਨੇ ਬਹੁਤ ਕੁਝ ਕਿਹਾ। ਕਈ ਪਹਿਲਾਂ ਵੀ ਇਹ ਕਹਿੰਦੇ ਰਹੇ ਕਿ ਇਹ ਸਾਰੀਆਂ ਗੱਲਾਂ ਐਵੇਂ ਹੀ ਨੇ। ਇਹਨਾਂ ਭੱਦਾ ਅੱਖਰ ਜਿਹਾ ਬੋਲਦੇ ਸੀ ਕਿ ਕਥਾ 'ਚ ਕਿੰਨੀ ਬਕਵਾਸ ਕਰੀ ਹੋਈ ਹੈ, ਕਿ ਗੁਰੂ ਗ੍ਰੰਥ ਸਾਹਿਬ ਦੁਆਲੇ ਪ੍ਰਕਾਸ਼ ਹੈ ਜੀ, ਉਹ ਹੈ ਜੀ, ਆਹ ਕਿੰਨੀਆਂ ਗੱਲਾਂ ਮਾਰੀਆਂ ਹੋਈਆਂ। ਜਾਂ ਇਹ ਕਹਿਣਾ ਜੀ ਆਹ ਸਾਰੀ ਚੀਜ਼ਾਂ ਦਿਖਣ ਲੱਗ ਜਾਂਦੀਆਂ, ਇਹ ਕਿੱਦਾਂ ਹੋ ਸਕਦਾ, ਇਹ ਸ਼ਦਾਈਪੁਣਾ ਹੀ ਹੈ। ਪਰ ਮਹਾਰਾਜ ਨੇ ਇਹੋ ਜਿਹਾ ਕੌਤਕ ਵਰਤਾਇਆ, ਜਿਹੜੇ ਉਹੋ ਜਿਹੇ ਬੋਲਣ ਵਾਲੇ ਸੀ ਉਹਨਾਂ ਨੂੰ ਹੀ ਪ੍ਰਕਾਸ਼ ਕਰਤਾ। ਉਹ ਜਦ ਪ੍ਰਕਾਸ਼ ਹੋਇਆ ਫਿਰ ਉਹ ਮਾਫੀਆਂ ਹੀ ਮੰਗੀ ਜਾਣ, ਕਹਿੰਦੇ ਇਹ ਸਾਰੀਆਂ ਚੀਜ਼ਾਂ ਤਾਂ ਹੁੰਦੀਆਂ ਨੇ, ਅਸੀਂ ਤਾਂ ਆਖਿਆ ਵੀ ਉਦਾਂ ਹੀ ਗੱਲਾਂ ਬਣਾਈਆਂ ਹੋਈਆਂ ਨੇ। ਉਹਨਾਂ ਦਾ ਵੀ ਕਸੂਰ ਨਹੀਂ, ਅਸਲ 'ਚ ਉਹਨਾਂ ਨੂੰ 99 ਬੰਦੇ ਗਲਤ ਹੀ ਮਿਲੇ ਨੇ। ਟੌਪਿਕ ਇਹੋ ਜਿਹੇ ਛੇੜਦੇ ਨੇ ਉਹ ਗਲਤ ਢੰਗ ਦੇ, ਸਹੀ ਬੰਦਾ ਮਿਲਣਾ ਬਹੁਤ ਔਖਾ ਹੈ। 99 ਬੰਦੇ ਐਸੇ ਮਿਲ ਗਏ ਜਿਨ੍ਹਾਂ ਦਾ ਆਪਣਾ ਕੋਈ ਕਮਾਈ ਨਹੀਂ, ਅਭਿਆਸ ਨਹੀਂ, ਜਿਨ੍ਹਾਂ ਨੇ ਪੁਸਤਕ ਪੜ੍ਹੀ ਤੇ ਤੋਤੇ ਵਾਂਗੂ ਰੱਟ ਕੇ ਕਥਾ ਸ਼ੁਰੂ ਕਰਨੀ, ਔਰ ਇੰਨੀਆਂ ਗੱਲਾਂ ਬਹੁਤ ਜ਼ਿਆਦਾ ਕਹਿ ਦਿੱਤੀਆਂ, ਆਹ ਵੀ ਨਹੀਂ ਠੀਕ, ਆਹ ਵੀ ਨਹੀਂ ਠੀਕ, ਆਹ ਹੁੰਦਾ ਹੀ ਨਹੀਂ, ਸਾਰੀਆਂ ਗੱਲਾਂ ਕਹਿਤੀਆਂ, ਆਹ ਵੀ ਨਹੀਂ ਹੋ ਸਕਦਾ, ਆਹ ਵੀ ਨਹੀਂ ਹੋ ਸਕਦਾ। ਉਹਦੇ ਨਾਲ ਸਾਰੀ ਸੰਗਤ ਜਿਹੜੀ ਸੀ ਉਹ ਦੋ ਚਿੱਤੀ 'ਚ ਹੋ ਗਈ ਵੀ ਇਹ ਗੱਲ ਪਤਾ ਨਹੀਂ ਹੋ ਹੀ ਨਹੀਂ ਸਕਦੀ। ਫਿਰ ਇਹਦੇ ਲਈ ਦੁਬਾਰਾ ਪ੍ਰੈਕਟੀਕਲ ਦੀ ਲੋੜ ਪਈ। ਹੁਣ ਫਿਰ ਕਿ ਚਲੋ ਫਿਰ ਹੁਣ ਪ੍ਰੈਕਟੀਕਲ ਹੀ ਕਰਵਾਓ ਸਾਰਿਆਂ ਨੂੰ, ਜੇ ਪ੍ਰੈਕਟੀਕਲ ਕਰਨਗੇ ਤਾਂ ਇਹਨਾਂ ਨੂੰ ਪਤਾ ਲੱਗਣਾ, ਨਹੀਂ ਤਾਂ ਵਾਕਈ ਸੰਗਤ ਦੀ ਵੀ ਗੱਲ ਠੀਕ ਹੈ ਕਿ ਇਹ ਗੱਲਾਂ ਹੋ ਹੀ ਨਹੀਂ ਸਕਦੀਆਂ। ਹੋਣ ਨੂੰ ਤਾਂ ਕੁਝ ਵੀ ਨਹੀਂ ਹੋ ਸਕਦਾ, ਪਰ ਹੋਣ ਨੂੰ ਸਾਰਾ ਕੁਝ ਹੀ ਹੋ ਸਕਦਾ। ਜੇ ਅਭਿਆਸ ਕਰੇ ਫਿਰ ਸਾਰਾ ਕੁਝ ਹੀ ਹੋ ਜਾਂਦਾ। ਤੋ ਜਿਵੇਂ ਅੱਜ ਕੱਲ੍ਹ ਲੋਕ ਕਹਿੰਦੇ ਦਿਖਾਓ ਰੱਬ ਕਿੱਥੇ ਹੈ। ਰੱਬ ਦੇਖਣਾ ਤਾਂ ਰੱਬ ਦਿਖਦਾ ਹੈ, ਪਰ ਮੂਲ ਮੰਤਰ ਦਾ ਅਭਿਆਸ, ਜਪਜੀ ਸਾਹਿਬ ਦਾ ਅਭਿਆਸ ਜੇ ਲਗਾਤਾਰ ਕਰੀ ਜਾਓ, ਪਰਮਾਤਮਾ ਨੇ ਕਿਹੜਾ ਕਿਤੋਂ ਆਉਣਾ ਹੁੰਦਾ। ਉਹ ਤਾਂ ਹੁਣ ਵੀ ਆਪਣੇ ਕੋਲੇ ਸਰਬ ਵਿਆਪਕ ਹਿਰਦੇ 'ਚ ਬੈਠੇ ਨੇ, ਬਾਹਰ ਬੈਠੇ ਨੇ, ਭਾਵ ਵਿਆਪਕ ਰੂਪ ਪ੍ਰਕਾਸ਼ ਰੂਪ ਹੈ। ਇਸ ਕਰਕੇ ਇਹਦੇ ਵਿੱਚ ਇਹ ਆ ਕਿ ਇਨਸਾਨ ਆਪਣੀ ਕਮੀ ਨੂੰ ਛੁਪਾ ਲੈਂਦਾ ਤੇ ਦੂਜੇ ਨੂੰ ਦੋਸ਼ ਦੇ ਦਿੰਦਾ। ਆਪਣੀ ਕਮੀ ਨੂੰ ਪੂਰਾ ਕਰੀਏ। ਜਿਹੜੇ ਲੋਕ ਆਪਣੀ ਕਮੀਆਂ, ਆਪਣਾ ਜੀਵਨ ਥੱਲੇ ਨੂੰ ਹੈ, ਅੰਦਰ ਪ੍ਰਕਾਸ਼ ਨਹੀਂ, ਗਿਆਨ ਨਹੀਂ, ਹਨੇਰੇ 'ਚ ਬੈਠਾ ਹੀ ਤੀਰ ਚਲਾਈ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਦੋਂ ਅੰਦਰ ਪ੍ਰਕਾਸ਼ ਹੋ ਜਾਂਦਾ, ਹੁਣ ਕਿੰਨੀ ਉੱਚੀ ਅਵਸਥਾ ਦੱਸੀ ਆਪਾਂ ਨੂੰ, ਔਰ ਇਹ ਬ੍ਰਹਮ ਗਿਆਨ ਦੀ ਅਵਸਥਾ ਹੈ ਕਿ ਅੰਦਰ ਜਦੋਂ ਹਿਰਦੇ 'ਚ ਪ੍ਰਕਾਸ਼ ਹੋ ਗਿਆ, ਆਤਮਿਕ ਆਨੰਦ ਆ ਗਿਆ, ਬਾਹਰਲੀ ਕਿਸੇ ਚੀਜ਼ ਦਾ ਪ੍ਰਭਾਵ ਉਹਦੇ ਉੱਤੇ ਪੈਂਦਾ ਹੀ ਨਹੀਂ। ਜਿਵੇਂ ਭਾਈ ਭਿਖਾਰੀ ਸੀ, ਸੋ ਸਿੱਖ ਨੇ ਜਾ ਕੇ ਪੰਜਵੇਂ ਪਾਤਸ਼ਾਹ ਨੂੰ ਪੁੱਛਿਆ, ਭਾਈ ਗੁਰਮੁਖ ਨੇ, ਮਹਾਰਾਜ ਜੀ ਜਿਹੜਾ ਤੁਸੀਂ ਕਹਿੰਦੇ ਇਹੋ ਜਿਹੇ ਬ੍ਰਹਮ ਗਿਆਨ 'ਚ ਰੱਤੇ ਮੇਰੇ ਪਿਆਰੇ ਨੇ ਜਿਨ੍ਹਾਂ ਤੇ ਕਿਸੇ ਚੀਜ਼ ਦਾ ਅਸਰ ਨਹੀਂ, ਉਹੋ ਜਿਹਾ ਕੋਈ ਹੈ? ਕਹਿੰਦੇ ਹਾਂ। ਫਿਰ ਚਲਿਆ ਜਾ ਭਾਈ ਭਿਖਾਰੀ ਕੋਲ, ਗੁਜਰਾਤ ਭੇਜ ਦਿੱਤਾ। ਜਦੋਂ ਪਹੁੰਚੇ, ਜਾਂਦਿਆਂ ਨੂੰ ਦੇਖਿਆ ਰਾਹ 'ਚੋਂ ਜਿਵੇਂ ਆਪਾਂ ਇਮੈਜਿਨ ਕਰਦੇ ਹਾਂ ਵੀ ਐਂ ਹੋਣਾ, ਅੱਖਾਂ ਬੰਦ ਕੀਤੀਆਂ, ਮਾਲਾ ਫੜੀ ਹੋਣੀ ਆ, ਪਤਾ ਨਹੀਂ ਕਿੱਦਾਂ ਸਮਾਧੀ 'ਚ ਲੀਨ ਹੋਣਾ। ਅੱਗੇ ਉਹਨਾਂ ਦੇ ਘਰੇ ਵਿਆਹ, ਭੱਠੀਆਂ ਵਾਲਿਆਂ ਨੂੰ ਕਿਸੇ ਨੂੰ ਸਮਝਾ ਰਿਹਾ, ਕਿਸੇ ਨੂੰ ਸਮਾਨ ਦੇ ਰਿਹਾ, ਕਿਸੇ ਨੂੰ ਕੋਲੇ ਦੇ ਰਿਹਾ ਵੀ ਇਹ ਬਣਾਓ, ਵੀ ਆਹ ਬਣਾਓ, ਵੀ ਇੱਕ ਪਾਸੇ ਲੱਕੜਾਂ ਇਕੱਠੀਆਂ ਕਰੀ ਜਾਂਦਾ, ਇੱਕ ਪਾਸੇ ਦਰੀਆਂ ਤਹਿ ਲਾ ਕੇ ਰੱਖੀ ਜਾਂਦਾ। ਭਾਈ ਗੁਰਮੁਖ ਨੇ ਜਾ ਕੇ ਪੈਰੀ ਪੈਣਾ ਕੀਤਾ, ਪੁੱਛਿਆ ਇਹ ਭਿਖਾਰੀ ਭਾਈ ਇਹੀ ਆ? ਕਹਿੰਦੇ ਲੱਗਦਾ ਤਾਂ ਹੈ ਨਹੀਂ ਵੀ ਉਹੋ ਜਿਹਾ ਹੋਊਗਾ, ਇਹ ਦੇਖਣ ਨੂੰ ਤਾਂ ਨਹੀਂ ਲੱਗਦਾ। ਦੇਖਣ ਨੂੰ ਨਹੀਂ ਕੁਛ ਲੱਗਦਾ ਹੁੰਦਾ, ਮਨ ਦੇ ਅੰਦਰੋਂ ਆਪਾਂ ਸੋਚਦੇ ਹਾਂ ਵੀ ਇਹ ਬੰਦਾ ਇਦਾਂ ਦਾ ਹੋਣਾ, ਪਰ ਨਹੀਂ ਉਦਾਂ ਦਾ ਹੁੰਦਾ। ਕਿਉਂ? ਉਹਨਾਂ ਨੇ ਆਪਣਾ ਆਪ ਇੰਨਾ ਛੁਪਾ ਲਿਆ ਹੁੰਦਾ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਕਿ ਇੱਥੇ ਕੀ ਕੁਛ ਹੈ ਅੰਦਰ। ਇਸ ਤਰ੍ਹਾਂ ਭਾਈ ਭਿਖਾਰੀ ਨੂੰ ਜਾ ਕੇ ਜਦ ਮਿਲੇ ਤਾਂ ਉਹਨਾਂ ਨੇ ਬੜਾ ਸੇਵਾ ਭਾਵ ਕੀਤਾ। ਦੂਜੇ ਦਿਨ ਬਰਾਤ ਚੜ੍ਹੀ, ਵਿਆਹ ਕੇ ਵੀ ਲਿਆਏ ਲੜਕੀ। ਘੋੜੀ ਤੋਂ ਉਤਰਨ ਲੱਗਿਆ, ਉਸ ਵਕਤ ਡਾਕੂ ਉੱਥੇ ਲੰਘੇ ਸੀ ਡਾਕੂ, ਤੇ ਗੋਲੀ ਚੱਲੀ ਤੇ ਗੋਲੀ ਵੱਜ ਗਈ ਲੜਕੇ ਨੂੰ, ਜਾਂ ਪੇਟ 'ਚ ਸੂਲ ਉੱਠਿਆ ਵੀ ਲਿਖਿਆ। ਲੜਕਾ ਚੜ੍ਹਾਈ ਕਰ ਗਿਆ। ਭਾਈ ਸਾਹਿਬ ਨੇ ਵਾਜਾ ਚੁੱਕਿਆ, ਦਰੀਆਂ ਵਿਛਾ ਕੇ ਵਾਜਾ ਰੱਖ ਕੇ ਕੀਰਤਨ ਸ਼ੁਰੂ ਕਰਤਾ। ਜਿਹੜੀਆਂ ਲੱਕੜਾਂ ਇਕੱਠੀਆਂ ਕੀਤੀਆਂ ਸੀ ਉਹਦੇ ਨਾਲ ਲੜਕੇ ਦਾ ਸੰਸਕਾਰ ਕਰਤਾ। ਉਹ ਗੁਰਮੁਖ ਦੇਖੇ ਆਲਾ ਦਾਲਾ, ਵੀ ਭਾਈ ਸਾਹਿਬ ਨੂੰ ਪਤਾ ਸੀ ਪਹਿਲਾਂ ਹੀ ਸਾਰਾ। ਕਹਿੰਦੇ ਤੁਹਾਨੂੰ ਪਤਾ ਸੀ ਪਹਿਲਾਂ? ਕਹਿੰਦੇ ਹਾਂ ਪਤਾ ਸੀ। ਕਹਿੰਦੇ ਫਿਰ ਤੁਸੀਂ ਅਰਦਾਸ ਕਰਕੇ ਕਾਕੇ ਦੀ ਉਮਰ ਵਧਾ ਲੈਂਦੇ। ਕਹਿੰਦੇ ਇੰਨੀ ਹੋਈ ਸੀ, ਪਿਛਲੇ ਜਨਮ ਦਾ ਸੰਜੋਗ ਸੀ ਆ ਲੜਕੀ ਨਾਲ ਇਹਦਾ, ਉਹ ਪੂਰਾ ਹੋ ਗਿਆ।
ਮੈਂ ਐਵੇਂ ਹੀ ਅਰਦਾਸ ਕਰੀ ਜਾਵਾਂ। ਸੋ ਇਸ ਕਰਕੇ ਹੈ ਕਿ ਉਹਨਾਂ ਦੇ ਸਾਰਾ ਕੁਝ ਸਾਹਮਣੇ ਪਤਾ ਵੀ ਹੁੰਦਾ ਕਿ ਆਹ ਹੋਣਾ ਹੈ, ਪਰ ਉਹ ਮਨ ਦੇ ਉੱਤੇ ਇਸ ਚੀਜ਼ ਦਾ ਅਸਰ ਹੀ ਨਹੀਂ ਕਰਦੇ। ਜਦ ਮਾਤਾ ਜੀਤ ਕੌਰ ਜੀ ਨੇ ਸਾਰਾ ਕੁਝ ਦੇਖਿਆ, ਆਉਣ ਵਾਲਾ ਸਮਾਂ, ਜੰਗ, ਯੁੱਧ, ਚਮਕੌਰ ਸਾਹਿਬ ਸ਼ਹੀਦ ਹੁੰਦੇ ਦੇਖ ਲਏ, ਸਾਹਿਬਜ਼ਾਦੇ ਛੋਟੇ ਦੇਖ ਲਏ ਨੀਹਾਂ 'ਚ ਚਿਣੇ ਜਾ ਰਹੇ ਨੇ, ਬੜਾ ਇਹ ਤਾਂ ਕਹਿੰਦੇ ਖੂਨ ਖਰਾਬਾ। ਕਹਿੰਦੇ ਮਹਾਰਾਜ ਜੀ ਮੈਥੋਂ ਦੇਖਿਆ ਨਹੀਂ ਜਾਣਾ। ਕਹਿੰਦੇ ਜੇ ਆਪ ਜੀ ਆਗਿਆ ਦਿਓ ਮੈਂ ਜਾਵਾਂ। ਕਹਿੰਦੇ ਠੀਕ ਹੈ, ਜਿਵੇਂ ਤੁਹਾਡੀ ਇੱਛਾ। ਮਹਾਰਾਜ ਜੀ ਪਿਆਰ ਨਾਲ ਮਾਤਾ ਜੀਤ ਕੌਰ ਨੂੰ ਜੋਗੀ ਜੀ ਕਹਿੰਦੇ ਹੁੰਦੇ ਸੀ। ਜੋਗੀ ਜੀ ਤੁਹਾਡੀ ਇੱਛਾ ਹੈ, ਕਿਉਂਕਿ ਮਾਤਾ ਜੀਤ ਕੌਰ ਨੇ ਯੋਗਾ ਅਭਿਆਸ ਬਹੁਤ ਜ਼ਿਆਦਾ ਕੀਤਾ, ਮਾਤਾ ਗੁਜਰ ਕੌਰ ਨੇ, ਇਹ ਸਾਰਿਆਂ ਨੇ ਯੋਗਾ ਅਭਿਆਸ ਵੀ ਬਹੁਤ ਕੀਤਾ ਹੋਇਆ ਸੀ। ਉਹ ਕਹਿੰਦੇ ਸਤ ਵਚਨ ਮਹਾਰਾਜ ਤੁਹਾਡੀ ਆਗਿਆ ਚਾਹੀਦੀ ਸੀ ਬਸ। ਉਸ ਵਾਰ ਤੇ ਇਸ਼ਨਾਨ ਕਰਕੇ ਜਪਜੀ ਸਾਹਿਬ ਪੜ੍ਹਿਆ, ਧਿਆਨ ਲਾਇਆ ਤੇ ਸਰੀਰ ਛੱਡ ਦਿੱਤਾ। ਇਸ ਤਰ੍ਹਾਂ ਹੈ ਕਿ ਬ੍ਰਹਮ ਗਿਆਨੀ ਆਪਾਂ ਅੱਖਰ ਨਹੀਂ ਲਾਉਂਦੇ, ਬ੍ਰਹਮ ਗਿਆਨੀ ਮਾਤਾ ਜੀਤ ਕੌਰ, ਬ੍ਰਹਮ ਗਿਆਨੀ ਮਾਤਾ ਸੁੰਦਰ ਕੌਰ, ਬ੍ਰਹਮ ਗਿਆਨੀ ਮਾਤਾ ਸਾਹਿਬ ਕੌਰ। ਇਹ ਨਹੀਂ ਹੁੰਦੀ ਕਿ ਸਾਡੀਆਂ ਮਾਵਾਂ ਉਹੀ ਸੀਗੀਆਂ। ਖਾਲਸੇ ਦੀ ਮਾਤਾ ਬ੍ਰਹਮ ਗਿਆਨ ਦੀਆਂ ਰੱਤੀਆਂ ਹੋਈਆਂ ਤੇ ਮਹਾਨ ਸ਼ਕਤੀਆਂ ਨੇ ਉਹ। ਇਸ ਕਰਕੇ ਜਿਹੜਾ ਉਹਨਾਂ ਬਾਰੇ ਕੋਈ ਅੱਖਰ ਅਵਾ ਤਵਾ ਬੋਲਦਾ ਮਾੜਾ ਮੋਟਾ ਵੀ, ਉਹ ਵੀ ਦੇਣਦਾਰ ਹੈ, ਉਹਨੂੰ ਵੀ ਬਹੁਤ ਸਜ਼ਾ ਮਿਲਣੀ ਆ। ਇਸ ਕਰਕੇ ਇਹ ਨਹੀਂ ਬੇਬੇ ਨਾਨਕੀ ਬ੍ਰਹਮ ਗਿਆਨੀ ਤੇ ਬਾਕੀ ਸਾਰੇ ਜਿੰਨੇ ਵੀ ਸੀ ਇੱਕ ਤੋਂ ਇੱਕ ਹੀ ਚੜ੍ਹਦਾ ਸੀ, ਸਾਰੇ ਜਾਣੇ, ਕੋਈ ਨਹੀਂ ਸੀ ਥੱਲੇ। ਇਸ ਕਰਕੇ ਨਹੀਂ ਜਾਣਨਾ ਕਿ ਫਲਾਨਾ ਛੋਟਾ ਸੀ ਕਿਵੇਂ ਸੀ, ਸਾਰੇ ਹੀ ਚੜ੍ਹਦੀ ਕਲਾ। ਜਿਹੜੇ ਗੁਰੂ ਕੇ ਗੋਦ 'ਚ ਆ ਗਏ, ਗੁਰੂ ਕੇ ਘਰੇ ਆ ਗਏ, ਕਿਸੇ ਢੰਗ ਨਾਲ ਵੀ ਆ ਗਏ, ਜਿਨ੍ਹਾਂ ਦਾ ਰਿਸ਼ਤਾ ਗੁਰੂ ਨਾਲ ਹੋ ਗਿਆ, ਉਹ ਸਾਰੇ ਹੀ ਬ੍ਰਹਮ ਗਿਆਨੀ ਨੇ। ਇਸ ਕਰਕੇ ਚੜ੍ਹਦੀ ਕਲਾ ਵਾਲੇ ਨੇ। ਮਾਤਾ ਗੰਗਾ ਜੀ ਇਹ ਵੀ ਬ੍ਰਹਮ ਗਿਆਨੀ ਸੀਗੇ, ਇਹ ਕੋਈ ਛੋਟੀਆਂ ਮੋਟੀਆਂ ਹਸਤੀਆਂ ਨਹੀਂ ਸੀ ਆਈਆਂ। ਇਸ ਕਰਕੇ ਜਦੋਂ ਵੀ ਬੋਲਣਾ ਗੁਰੂ ਕਿਆਂ ਨੂੰ, ਭਾਵੇਂ ਗੁਰੂ ਕੇ ਕੋਈ ਵੀ ਹੋਣ, ਸਤਿਕਾਰ ਨਾਲ ਬੋਲਣਾ, ਬਹੁਤ ਆਦਰ ਦੇਣਾ ਉਹਨਾਂ ਨੂੰ, ਮਾਣ ਸਤਿਕਾਰ ਨਾਲ ਬੋਲ ਕੇ ਆਪਣਾ ਵੀ ਜਨਮ ਸਫਲਾ ਕਰੀਏ, ਨਾ ਕਿ ਅਸੀਂ ਐਵੇਂ ਕੱਚਾ ਜਿਹਾ ਨਾਂ ਲੈ ਕੇ ਆਪਣਾ ਜੀਵਨ ਬਰਬਾਦ ਕਰੀਏ। ਹਰ ਪਦ ਪਾਏ ਮੁਕਤ ਸੋ ਭਏ। ਸੋ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਗਈ, ਜਨਮ ਮਰਨ ਤੋਂ ਬਚ ਗਏ, ਹਰੀ ਦੀ ਪਦਵੀ, ਅਭੈ ਪਦਵੀ ਪ੍ਰਾਪਤ ਕਰਕੇ ਉਹ ਮੁਕਤ ਹੋ ਗਏ ਹਨ। ਹਸਵਿਦ ਪਾਦਾ ਹਿਰਦੈ ਧਰੀਜੈ। ਆਂਦਾ ਇਸ ਤਰ੍ਹਾਂ ਆਪਣੇ ਮਨ ਦੇ ਅੰਦਰ ਵਸਾ ਲੈ ਇਹ ਗੱਲ ਕਿ ਜੋ ਅਸੀਂ ਦੇਣ ਆਏ ਦੁਨੀਆ ਨੂੰ, ਉਹ ਅੱਜ ਤੱਕ ਨਹੀਂ ਕਿਸੇ ਨੇ ਦਿੱਤਾ ਹੋਣਾ। ਜੋ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਦਿੱਤਾ, ਇਹ ਨਹੀਂ ਕਿਸੇ ਨੇ ਦਿੱਤਾ। ਪਿੱਛੇ ਠੀਕ ਹੈ ਕਿ ਅੰਮ੍ਰਿਤ ਕਈ ਪ੍ਰਕਾਰ ਦੇ ਹੋਏ ਨੇ, ਲੋਕ ਦੁੱਧ ਨੂੰ, ਮੱਖਣ ਨੂੰ, ਘਿਓ ਨੂੰ, ਇਸੇ ਪ੍ਰਕਾਰ ਸ਼ਹਿਦ ਨੂੰ, ਮਿਸਰੀ ਨੂੰ, ਇਹ 5 ਚੀਜ਼ਾਂ ਨੂੰ ਅੰਮ੍ਰਿਤ ਮੰਨਦੇ ਨੇ। ਚੰਦਰਮਾ ਦੀਆਂ ਕਿਰਨਾਂ 'ਚ ਅੰਮ੍ਰਿਤ ਮੰਨਿਆ। ਕਈ ਪਾਸੇ ਲੋਕ ਬਣਾ ਲੈਂਦੇ ਨੇ ਫਲਾਨਾ ਤਾਂ ਅੰਮ੍ਰਿਤ ਹੀ ਆ ਬਸ। ਪਰ ਇੱਕ ਅੰਮ੍ਰਿਤ ਦੇਵਤਿਆਂ ਦਾ ਵੀ ਹੈਗਾ, ਇਹ ਨਹੀਂ ਕਿ ਉਹਨਾਂ ਕੋਲ ਹੈ ਨਹੀਂ, ਸਵਰਗਾਂ ਵਿੱਚ ਵੀ ਹੈਗਾ। ਜਦ ਰਾਮਚੰਦਰ ਜੀ ਦੀ ਸਾਰੀ ਸੈਨਾ ਹੀ ਬੇਹੋਸ਼ ਹੋ ਗਈ ਸੀ, ਹਰਮੰਦਰ ਸਾਹਿਬ ਵਾਲੇ ਥਾਂ ਲੜਾਈ ਹੋਈ ਸੀ, ਉਦੋਂ ਰਾਮ ਤੀਰਥ ਸਥਾਨ ਤੇ, ਇੱਥੇ ਸਾਰੀ ਫੌਜ ਬੇਹੋਸ਼ ਹੋ ਕੇ ਡਿੱਗ ਪਈ ਸੀ, ਤਾਂ ਸੀਤਾ ਨੇ ਸਵਰਗਾਂ 'ਚੋਂ ਲਿਆ ਕੇ ਅੰਮ੍ਰਿਤ ਛਿੜਕਿਆ ਸਾਰਿਆਂ ਦੇ ਉੱਤੇ, ਉਦੋਂ ਸਾਰੇ ਜਿਉਂਦੇ ਕਰ ਦਿੱਤੇ ਸੀ ਉਹਨੇ। ਪਰ ਜਿਹੜਾ ਅੰਮ੍ਰਿਤ ਮਹਾਰਾਜ ਨੇ ਗੁਰਬਾਣੀ ਦਾ ਆਪਾਂ ਨੂੰ ਬਖਸ਼ਿਸ਼ ਕੀਤਾ, ਸੁਰ ਨਰ ਮੁਨਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਇਹ ਮਹਾਰਾਜ ਨੇ ਜਿਹੜਾ ਅੰਮ੍ਰਿਤ ਆਪਾਂ ਨੂੰ ਦਿੱਤਾ, ਨਾਮ ਰਸ ਅੰਮ੍ਰਿਤ। ਅੰਮ੍ਰਿਤ ਤਾਂ ਜੋਗੀਆਂ ਕੋਲ ਵੀ ਹੈ, ਉਹਨੂੰ ਜੋਗਾਨੰਦ ਕਹਿੰਦੇ ਨੇ। ਜਦੋਂ ਆਪਣੀ ਬਿਰਤੀ ਦਸਮ ਦਵਾਰ ਚੜਾਉਂਦੇ ਨੇ ਤਾਂ ਫਿਰ ਉੱਪਰੋਂ ਮਿੱਠੀ ਕਫ ਡਿੱਗਦੀ ਹੈ, ਉਹ ਜਿਹੜਾ ਕਮਲ ਦਾ ਫੁੱਲ ਖਿੜਦਾ ਅੰਦਰ ਹਿਰਦੇ 'ਚ, ਇਹਦੇ ਉੱਤੇ ਜਦੋਂ ਪੁੱਠਾ ਹੁੰਦਾ ਉਦੋਂ ਪੈ ਕੇ ਵਾਏ ਪਿੱਤ ਕਫ ਬਣ ਜਾਂਦੀ ਹੈ, ਤੇ ਸਿੱਧਾ ਹੁੰਦਾ ਉਦੋਂ ਅੰਮ੍ਰਿਤ ਰਸ ਬਣ ਜਾਂਦਾ। ਪਰ ਉਹ ਵੀ ਹੈ ਅੰਮ੍ਰਿਤ, ਪਰ ਉਹ ਵੀ ਉਹ ਅੰਮ੍ਰਿਤ ਨਹੀਂ ਜਿਹਨੂੰ ਆਪਾਂ ਅੰਮ੍ਰਿਤ ਕਹੀਏ। ਇਹ ਗੱਲ ਦੀ ਕਥਾ ਨਿਊਯਾਰਕ ਵਿੱਚ ਕਥਾਵਾਚਕ ਨੇ ਕੀਤੀ ਸੀ। ਮੈਨੂੰ ਫੋਨ ਗਿਆ, ਕਹਿੰਦੇ ਕੱਲ ਮੇਰਾ ਮਨ ਬੜਾ ਖੱਟਾ ਹੋਇਆ, ਕੋਈ ਪ੍ਰੇਮੀ ਨੂੰ ਨਾਮ ਰਸ ਅੰਮ੍ਰਿਤ ਸੀ ਅੰਦਰ। ਕਹਿੰਦੇ ਇਹ ਤਾਂ ਬਹੁਤ ਭੱਦਾ ਜਿਹੀ ਬੋਲ ਕੇ ਗਿਆ ਕਥਾਵਾਚਕ, ਕਹਿੰਦਾ ਇਹ ਤਾਂ ਮਿੱਠੀ ਕਫ ਡਿੱਗਦੀ ਐ ਹੁੰਦਾ ਹੈ, ਖਾਸ ਗੱਲ ਨਹੀਂ। ਕਹਿੰਦਾ ਸਾਡਾ ਦਿਲ ਹੀ ਟੁੱਟ ਗਿਆ। ਮੈਂ ਕਿਹਾ ਉਹ ਸਮਝਣ ਤੁਹਾਡੇ ਫਰਕ ਪੈ ਗਿਆ, ਇਹ ਜੋਗੀਆਂ ਵਾਲੇ ਅੰਮ੍ਰਿਤ ਦੀ ਗੱਲ ਕਰਕੇ ਗਿਆ, ਜਿਹੜਾ ਨਾਮ ਰਸ ਅੰਮ੍ਰਿਤ ਹੈ ਇਹ ਵੱਖਰਾ ਹੈ।
ਇਸ ਕਰਕੇ ਕਈ ਬੰਦੇ ਜਿਵੇਂ ਭੁਲੇਖੇ ਜੀ ਮਾਰੇ ਜਾਂਦੇ ਨੇ, ਅੰਮ੍ਰਿਤ ਥੱਲਿਓਂ ਲੈ ਕੇ ਉੱਪਰ ਤੱਕ ਕਈ ਤਰ੍ਹਾਂ ਦੇ ਅੰਮ੍ਰਿਤ ਮੰਨੇ ਨੇ। ਇਸ ਕਰਕੇ ਕਿਸੇ ਵੀ ਚੀਜ਼ ਸਵਾਦ ਦੀ ਲੋਕ ਕਹਿੰਦੇ ਅੰਮ੍ਰਿਤ ਹੀ ਆ ਨਿਰਾ, ਬਸ ਦਾਲ ਖਾਂਦੇ ਲੰਗਰ ਦੀ ਬਾਜਵਾ ਅੰਮ੍ਰਿਤ ਹੀ ਆ ਨਿਰਾ। ਇਸ ਕਰਕੇ ਅੰਮ੍ਰਿਤ ਕਹਿਣਾ ਤਾਂ ਸੌਖਾ, ਪਰ ਅੰਮ੍ਰਿਤ ਹੁੰਦਾ, ਅੰਮ੍ਰਿਤ ਮ੍ਰਿਤ ਹੁੰਦੀ ਮੌਤ ਤੋਂ ਅੰਗ ਰਹਿਤ ਕਰਦਾ ਜਿਹੜਾ, ਉਹਦਾ ਨਾਮ ਅੰਮ੍ਰਿਤ ਹੈ। ਤੇ ਜੇ ਅੰਮ੍ਰਿਤ ਦੇਵਤਿਆਂ ਕੋਲ ਹੀ ਹੁੰਦਾ ਤਾਂ ਦੇਵਤਿਆਂ ਦੀ ਉਮਰ ਖਤਮ ਕਿਉਂ ਹੁੰਦੀ? ਇਹ ਵੀ ਇੱਕ ਟਾਈਮ ਤੇ ਜਾ ਕੇ ਫਿਰ ਸਮਾਪਤ ਹੋ ਜਾਂਦੇ ਨੇ। ਪਰ ਅੰਮ੍ਰਿਤ ਜਿਹੜਾ ਨਾਮ ਰਸ ਅੰਮ੍ਰਿਤ ਹੈ, ਇਹ ਸਤਿਗੁਰਾਂ ਨੇ ਕੇਵਲ ਬਖਸ਼ਿਸ਼ ਕੀਤਾ ਖਾਲਸੇ ਨੂੰ, ਆਤਮਕ ਰਸ ਨਾਮ ਰਸ। ਇਸ ਕਰਕੇ ਸਤਿਗੁਰੂ ਨਾਨਕ ਦੇਵ ਜੀ ਨੇ ਜਿਹੜੀ ਇਹ ਦਾਤ ਦਿੱਤੀ ਆ ਅੰਮ੍ਰਿਤ ਰਸ ਦੀ, ਤਨ ਅਭਿਮਾਨ ਨਾ ਮੂਲ ਕਰੀਜੈ। ਮਹਾਰਾਜ ਕਹਿੰਦੇ ਸਰੀਰ ਦਾ ਹੰਕਾਰ ਨਾ ਕਰੋ, ਮੇਰਾ ਸਰੀਰ ਹੈ ਮੇਰਾ ਸਰੀਰ ਹੈ ਆ, ਮੂੰਹ ਚੋਂ ਵੀ ਨਾ ਬੋਲੋ। ਇਹ ਆਪਾਂ ਇਹ ਗੱਲਾਂ ਨਹੀਂ ਸਮਝਦੇ ਕਿ ਤੁਰੇ ਜਾਂਦੇ ਮੂੰਹ ਚੋਂ ਅੱਖਰ ਕੱਢ ਦਿੰਦੇ ਆਪਾਂ। ਸੋ ਅਸੀਂ ਕਿਤੇ ਜਾ ਰਹੇ ਸੀ, ਰਸਤੇ ਟ੍ਰੈਫਿਕ ਜਾਮ ਸੀ, ਅੱਗੇ ਖੁੱਲ ਗਿਆ। ਜਦ ਟ੍ਰੈਫਿਕ ਖੁੱਲਿਆ, ਜਿਹੜਾ ਬੰਦਾ ਗੱਡੀ ਚਲਾਉਂਦਾ ਸੀ ਉਹ ਕਹਿੰਦਾ ਲੈ ਹੁਣ ਭਾਵੇਂ ਕੁਝ ਵੀ ਹੋ ਜਾਏ ਆਪਾਂ ਹੁਣ 10 ਮਿੰਟ 'ਚ ਪਹੁੰਚ ਜਾਣਾ। ਮੈਂ ਮੂੰਹ ਚੋਂ ਨਹੀਂ ਬੋਲੀਦਾ, ਮਹਾਰਾਜ ਨਾਲ ਹੀ ਹੁੰਦੇ ਆ, ਹੁਣੇ ਹੀ ਦਿਖਾ ਦੇਣਾ ਉਹਨਾਂ ਨੇ ਆਪਾਂ ਨੂੰ। ਉਹ ਜਦ ਹੀ ਫੇਰ ਅੱਗੇ ਟ੍ਰੈਫਿਕ ਜਾਮ ਹੋ ਗਿਆ, ਕਹਿੰਦਾ ਇਹ ਤਾਂ ਫੇਰ ਹੋ ਗਿਆ। ਮੈਂ ਮੂੰਹ ਚੋਂ ਕਿ ਬੋਲਿਆ? ਆਪਾਂ ਮੂੰਹ ਚੋਂ ਬਹੁਤ ਛੇਤੀ ਗੱਲ ਬੋਲਦੇ, ਇੱਕਦਮ ਬੋਲ ਦਿੰਦੇ ਆ ਗੱਲ, ਐ ਕਰ ਦਿਆਂਗੇ ਇਉਂ ਕਰ ਦਿਆਂਗੇ। ਮੂੰਹ ਦੀ ਗੱਲ ਹੀ ਆਪਾਂ ਨੂੰ ਖਰਾਬ ਕਰਦੀ ਹੈ। ਬਹੁਤ ਸੋਚ ਸਮਝ ਕੇ ਗੱਲ ਕਰਿਆ ਕਰੋ। ਜੋ ਬਾਣੀ ਪੜ੍ਹਨ ਵਾਲੇ ਸਿੰਘ ਨੇ, ਨਾਮ ਜਪਣ ਵਾਲੇ ਨੇ, ਸਧਾਰਨ ਵਿਅਕਤੀ ਵੀ ਹੈ, ਮੈਂ ਕੱਲ ਨੂੰ ਐ ਕਰ ਦਿਆਂਗਾ, ਕੱਲ ਕਿਹੜਾ ਦੇਖੀ ਆਪਾਂ ਨੇ, ਜਾਂ ਕੱਲ ਆਊਗੀ ਦੇਖਾਂ, ਖਬਰੇ ਕੱਲ ਆਉਣੀ ਕਿ ਨਹੀਂ ਆਉਣੀ। ਇਹਨਾਂ ਗੱਲਾਂ ਦਾ ਬਹੁਤ ਧਿਆਨ ਰੱਖਣਾ। ਇੱਕਦਮ ਮੂੰਹ ਚੋਂ ਕੋਈ ਗੱਲ ਨਹੀਂ ਕਰਨੀ, ਮੈਂ ਕਰ ਦਿਆਂਗਾ, ਕੁਛ ਨਹੀਂ ਹੋਣ ਲੱਗਿਆ। ਮਹਾਰਾਜ ਨੇ ਕਿਹਾ ਨਹੀਂ, ਨਾ ਹੀ ਗੱਲੀ ਵਾਓ ਦੁਆਓ। ਗੱਲਾਂ ਦੇ ਨਾਲ ਵਾਓ ਅਸੀਸ ਨਹੀਂ ਲੱਗਦੀ, ਨਾ ਦੁਆਓ ਬਦਸੀਸ ਲੱਗਦੀ ਆ। ਇਉਂ ਤਾਂ ਦੁਨੀਆ ਰੋਜ਼ ਹੀ ਬਦਸੀਸਾਂ ਦੇ ਜਾਂਦੀ ਆ, ਮਰਦੇ ਨਹੀਂ, ਇਹ ਐ ਨਹੀਂ ਹੁੰਦੇ, ਫਿਰ ਕਿਹੜਾ ਮਰ ਜਾਂਦਾ ਕੋਈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਬੋਲਣ ਲੱਗਿਆਂ ਵੀ ਆਪਣੀ ਜ਼ੁਬਾਨ ਦੇ ਉੱਤੇ ਜੋ ਬੋਲਣਾ ਤੋਲ ਕੇ ਬੋਲੋ। ਹਰ ਸਿਮਰਨ ਕਰ ਆਪਾ ਹਰੀਏ। ਹਰੀ ਦਾ ਸਿਮਰਨ ਕਰਕੇ ਕਹਿਣ ਲੱਗਿਆ ਮਹਾਰਾਜ, ਇਹ ਜਿਹੜਾ ਅੰਦਰਲਾ ਦੇਖਣਾ ਹਿਸਾਬ ਕਿਤਾਬ, ਆਤਮਿਕ ਪਦ ਪ੍ਰਾਪਤ ਕਰਨਾ, ਅਭਿਮਾਨ ਦੂਰ ਕਰਨਾ ਦੇਹੀ ਦਾ, ਇਹਨੂੰ ਦੂਰ ਕਿਵੇਂ ਕਰੀਏ? ਸਤਿਗੁਰੂ ਕਹਿੰਦੇ ਨੇ ਹਰੀ ਦਾ ਸਿਮਰਨ ਕਰਕੇ ਜਿਹੜਾ ਆਪਾ ਇੱਕ ਤਾਂ ਹੈ ਹੰਕਾਰ, ਮੈਂ ਮੇਰੀ, ਇਹ ਤਾਂ ਦੂਰ ਕਰਨਾ। ਇਹ ਤਾਂ ਦੇਹੀ ਕਰਕੇ ਹੈ। ਇੱਕ ਹੈ ਅੰਦਰ ਆਪਾ ਆਤਮਿਕ। ਆਤਮਿਕ ਗਿਆਨ ਨੂੰ ਜਿਹੜਾ ਦੇਖਣਾ ਨਾ, ਅੰਦਰ ਆਤਮਾ ਨੂੰ ਦੇਖਣਾ। ਆਪਾਂ ਆਪਣੇ ਆਪ ਨੂੰ, ਆਪਾ ਭਾਵ ਅਸਲੇ ਨੂੰ ਦੇਖਣਾ, ਆਪਣੇ ਆਪਾਂ ਅਸਲ ਵਿੱਚ ਕੀ ਆ। ਬਾਹਰੋਂ ਤਾਂ ਆਪਾਂ ਕੁਝ ਹੋ ਰਹੀ ਆ, ਦੇਖਣ ਨੂੰ ਹਰੇਕ ਬੰਦੇ ਦਾ ਨਾਂ ਹੈ, ਉਹਦੇ ਘਰ ਦਾ ਨੰਬਰ ਹੈ, ਉਹਦਾ ਏਰੀਆ, ਉਹਦਾ ਸ਼ਹਿਰ ਹੈ, ਇਲਾਕੇ ਵੰਡੇ ਹੋਏ ਨੇ, ਦੇਸ਼ ਵੰਡੇ ਹੋਏ ਨੇ। ਇਹ ਹੋਰ ਚੀਜ਼ ਹੈ, ਇਹ ਸਰੀਰਕ ਤੌਰ ਤੇ ਹੈ। ਪਰ ਸਤਿਗੁਰੂ ਕਹਿੰਦੇ ਆਤਮਿਕ ਤੌਰ ਤੇ ਕੀ ਦੇਖਣਾ ਕਿ ਮੈਂ ਕੌਣ ਹਾਂ, ਮੈਂ ਤਾਂ ਪਰਮਾਤਮਾ ਹੀ ਸਰੂਪ ਹਾਂ। ਪਰ ਇਹ ਗੱਲ ਪਹਿਲਾਂ ਨਹੀਂ ਕਹਿ ਸਕਦੇ। ਜਿਵੇਂ ਬੱਚੇ ਨੂੰ ਹਲੇ +2 ਦੇ ਵਿੱਚ ਪਾਇਆ, ਬੱਚਾ ਪਹਿਲਾਂ ਹੀ ਕਹਿਣ ਲੱਗ ਜਾਏ ਮੈਂ ਡਾਕਟਰ ਹਾਂ। ਡਾਕਟਰ ਕਿੱਥੋਂ ਬਣ ਗਿਆ? ਹਾਲੇ ਤਾਂ ਸ਼ੁਰੂਆਤ ਹੈ, +1 ਤੋਂ 2 ਤੇ ਅੱਗੇ ਫਿਰ MBBS ਲਈ ਦਾਖਲਾ ਮਿਲੇਗਾ। ਤਾਂ ਵੈਸੇ ਤਾਂ ਉਹ ਸ਼ੁਰੂ 'ਚ ਹੀ ਕਹਿਣ ਲੱਗ ਜਾਂਦੇ ਡਾਕਟਰ ਸਾਹਿਬ ਕਰਨ ਲੱਗ ਜਾਂਦੇ ਇੱਕ ਦੂਜੇ ਨੂੰ। ਪਰ ਜਦ ਤੱਕ ਡਿਗਰੀ ਮਿਲਦੀ ਨਹੀਂ, ਸਰਟੀਫਿਕੇਟ ਨਹੀਂ ਮਿਲਦਾ, ਉਦੋਂ ਤੱਕ ਡਾਕਟਰ ਨਹੀਂ ਕਹਾ ਸਕਦਾ ਉਹ ਸਹੀ ਰੂਪ ਦੇ ਵਿੱਚ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਹੈ ਤਾਂ ਬੰਦਿਆ ਤੂੰ ਰੱਬ ਰੂਪ ਹੀ ਹੈ, ਪਰ ਜਦ ਤੱਕ ਉਹ ਅਵਸਥਾ ਨਹੀਂ ਬਣਦੀ ਉਦੋਂ ਤੱਕ ਆਪਣੇ ਆਪ ਨੂੰ ਕੋਈ ਰੱਬ ਕਹਾਉਣ ਲੱਗ ਜੇ, ਹੋਵੇ ਉਹ ਜੀਵ ਕੋਟੀ 'ਚ ਹਲੇ। ਇਹ ਸਾਰੀ ਦੇਹੀ ਦੀ ਹੰਗਤਾ ਮਿੱਟੀ ਵਾਂਗੂ ਪੱਟ ਕੇ ਪਰੇ ਮਾਰਨੀ ਹੈ। ਜਿਵੇਂ ਧਰਤੀ ਦੇ ਥੱਲੇ ਕੋਲਿਆਂ ਦੀ ਖਾਣ ਦੇ ਵਿੱਚ ਥੱਲੇ ਜਾ ਕੇ ਹੀਰਾ ਨਿਕਲਦਾ, ਉਹ ਪਹਿਲਾਂ ਸਾਰੀ ਖਾਣ ਨੂੰ ਪੱਟੀ ਜਾਂਦੇ, ਆਪ ਵੀ ਮੂੰਹ ਕਾਲੇ ਹੋ ਜਾਂਦੇ, ਉਹਨਾਂ ਦੇ ਕੱਪੜੇ ਕਾਲੇ ਹੋ ਜਾਂਦੇ ਨੇ, ਪੱਟੀ ਜਾਂਦੇ, ਅਚਾਨਕ ਹੀਰਾ ਲੱਭ ਗਿਆ। ਬਸ ਇਸੇ ਤਰ੍ਹਾਂ ਹੀ ਇਹ ਸਰੀਰਕ ਮਿੱਟੀ ਦੀ ਖਾਣ ਹੈ,
ਇਹਨੂੰ ਖੋਜਦਿਆਂ ਮਹਾਰਾਜ ਇਸ ਮਨ ਕੋ ਕੋਈ ਖੋਜੋ ਭਾਈ, ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਅੰਦਰ ਨੂੰ ਖੋਜਦੇ ਜਾਣਾ, ਕਹੀ ਲੈ ਲੈਣੀ, ਜਿਵੇਂ ਕਹੀ ਨਾਲ ਪੱਟੀ ਜਾਂਦੇ ਆ, ਸਿੱਟੀ ਜਾਂਦੇ ਮਿੱਟੀ, ਫੇਰ ਮਿੱਟੀ ਪੱਟ ਲਈ, ਫੇਰ ਇਹਦਾ ਇੱਕ ਇੱਕ ਟੱਪਾ ਮਾਰਨਾ, ਵਾਹਿਗੁਰੂ ਵਾਹਿਗੁਰੂ। ਉਹ ਪੱਟੀ ਜਾਣਾ ਅੰਦਰੋਂ, ਪੱਟੀ ਜਾਣਾ ਅੰਦਰੋਂ। ਉਹ ਆਤਮਿਕ ਵਸਤੂ ਹੈ ਜਿਹੜੀ, ਉੱਥੇ ਤੱਕ ਲੈ ਕੇ ਜਾਣਾ ਆਪਣੇ ਆਪ ਨੂੰ। ਆਤਮਿਕ ਵਸਤੂ ਤੱਕ ਜਦੋਂ ਵਾਹਿਗੁਰੂ ਵਾਹਿਗੁਰੂ ਕਰਦੇ ਆ, ਇਧਰੋਂ ਮੂੰਹ ਨਾਲ ਕਿਹਾ ਹੋਇਆ ਵਾਹਿਗੁਰੂ, ਉਧਰੋਂ ਪ੍ਰਗਟ ਹੋਇਆ ਅੰਦਰੋਂ ਵਾਹਿਗੁਰੂ, ਉਹਨਾਂ ਦੀ ਏਕਤਾ ਜਦੋਂ ਆਪਸ ਵਿੱਚ ਹੋ ਗਈ, ਮੂੰਹ ਨਾਲ ਕਿਹਾ ਹੋਇਆ ਵਾਹਿਗੁਰੂ ਹਲੇ ਤਾਂ ਹਨੇਰਾ ਹੀ ਦਿਖਦਾ, ਜਦੋਂ ਉਹ ਅੰਦਰਲਾ ਵਾਹਿਗੁਰੂ ਸੱਚਮੁੱਚ ਵਾਲਾ ਹੀ ਸਾਹਮਣੇ ਆ ਗਿਆ, ਉਹ ਪ੍ਰਕਾਸ਼ ਰੂਪ ਹੈ। ਵਾਹਿਗੁਰੂ ਨਾਮ ਹੈ, ਵਾਹਿਗੁਰੂ ਨਾਮ ਸਾਨੂੰ ਨਾਮੀ ਤੱਕ ਲੈ ਕੇ ਗਿਆ। ਅੰਦਰ ਜਦੋਂ ਪ੍ਰਕਾਸ਼ ਦਿਖਿਆ, ਨਾਮੀ ਚ ਅਭੇਦ ਹੋ ਗਏ, ਉਹੀ ਪ੍ਰਕਾਸ਼ ਬਾਹਰ ਦਿਖਿਆ, ਹਰੇਕ ਹਿਰਦੇ ਚ ਦਿਖਿਆ, ਸਾਰੇ ਵਿਆਪਕ ਦਿਖਿਆ, ਤਾਰਿਆਂ ਚੰਦਰਮਾ ਵਿੱਚ ਦਿਖਿਆ, ਸੂਰਜ ਵਿੱਚ ਦਿਖਿਆ, ਪੰਛੀਆਂ ਪਸ਼ੂਆਂ ਵਿੱਚ ਦਿਖਿਆ। ਉਹ ਹੈ ਸਾਡਾ ਆਪਣਾ ਸਰੂਪ, ਆਤਮਿਕ ਗਿਆਨ, ਉਹਨੂੰ ਕਹਿੰਦੇ ਬ੍ਰਹਮ ਗਿਆਨ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਆਪਣੇ ਅੰਦਰ ਨੂੰ ਖੋਜਣਾ ਹੈ। ਖੋਜਦੇ ਖੋਜਦੇ, ਅਭਿਆਸ ਕਰਦੇ ਕਰਦੇ, ਤਨ ਦੀ ਹੰਗਤਾ, ਮਨ ਦੀ ਹੰਗਤਾ, ਫਿਰ ਗੋਤ ਦੀ ਹੰਗਤਾ, ਜਾਤ ਦੀ ਹੰਗਤਾ, ਪੈਸਿਆਂ ਦੀ ਹੰਗਤਾ, ਅਹੁਦੇ ਦੀ ਹੰਗਤਾ, ਬਹੁਤ ਸਾਰੀਆਂ ਹੰਗਤਾਵਾਂ ਨੇ ਜਿਹੜੀਆਂ ਆਪਾਂ ਤਿਆਗਣੀਆਂ ਨੇ। ਆਪਣੇ ਆਪ ਨੂੰ ਕੁਝ ਵੀ ਨਾ ਸਮਝਣਾ, ਨਿਮਰਤਾ ਦੇ ਨਾਲ, ਸੋ ਬਿਲਕੁਲ ਹੀ ਚਰਨ ਧੂੜੀ ਹੋ ਜਾਣਾ ਸੰਗਤ ਦੀ। ਹਰ ਬਿਨ ਅਨੰਤ ਦ੍ਰਿਸ਼ਟ ਨਹਿ ਧਰੀਏ। ਹੁਣ ਇਹੀ ਜੀ ਅਵਸਥਾ ਬਣ ਜਾਂਦੀ ਹੈ ਕਿ ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਨੰਤ ਦ੍ਰਿਸ਼ਟ ਨਹਿ ਧਰੀਏ। ਮਹਾਰਾਜ ਕਹਿਣ ਲੱਗੇ ਵੀ ਹੋਰ ਨਾ ਕਿਸੇ ਨੂੰ ਦੇਖੋ ਵਾਹਿਗੁਰੂ ਤੋਂ ਬਿਨਾ, ਸਾਰੇ ਹੀ ਵਾਹਿਗੁਰੂ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿਵੇਂ ਕੋਈ ਇੱਥੋਂ ਸਿੰਘ ਮਿਲਣ ਗਿਆ ਸੀ ਪਟਿਆਲੇ, ਆ 3 ਕੁ ਮਹੀਨੇ ਪਹਿਲਾਂ ਦੀ ਗੱਲ ਹੈ, ਉਹ ਕਹਿੰਦਾ ਕੱਲਿਆਂ ਗੱਲ ਕਰਨੀ, ਜਾ ਕੇ ਗੱਲ ਸੁਣਾਉਂਦਾ, ਉੱਚੀ ਉੱਚੀ ਰੋਣ ਲੱਗ ਗਿਆ। ਕੀ ਹੋਇਆ ਬਈ? ਕਹਿੰਦਾ ਸਾਰਾ ਕੁਝ ਦਿਖਣ ਲੱਗ ਗਿਆ ਉਵੇਂ ਹੀ ਜਿਵੇਂ ਤੁਸੀਂ ਕਥਾ 'ਚ ਦੱਸਿਆ ਹੋਇਆ, ਹਰੇਕ ਵਿੱਚ ਜੋਤ ਦਿੰਦੀ ਸੀ, ਆਪਣੇ ਅੰਦਰ ਵੀ ਦਿੰਦੀ ਸੀ। ਫੇਰ ਕੀ ਹੋ ਗਿਆ? ਕਹਿੰਦਾ ਬਸ ਹਉਮੈ ਹੋ ਗਈ, ਉਹਦੇ ਨਾਲ ਹੀ ਸਾਰਾ ਕੁਝ ਖਤਮ ਹੋ ਗਿਆ। ਹੁਣ ਕੀ ਕਰੀਏ? ਹਲੇ ਉਹਨੇ ਅੰਮ੍ਰਿਤ ਵੀ ਨਹੀਂ ਸੀ ਛਕਿਆ, ਅਭਿਆਸ ਇੰਨਾ ਜ਼ਿਆਦਾ ਕੀਤਾ। ਮੈਂ ਕਿਹਾ ਹੁਣ ਸਤਿਗੁਰੂ ਨੇ ਤੇਰੀ ਉਹ ਚੀਜ਼ ਇੱਕ ਵਾਰ ਦਿਖਾਤੀ, ਪਰ ਚੁੱਕ ਕੇ ਪਾਸੇ ਕਰ ਲਈ। ਕਿਉਂ? ਗੁਰੂ ਵਾਲਾ ਨਹੀਂ ਬਣਿਆ। ਪਿਛਲੇ ਜਨਮ ਦੀ ਕਮਾਈ ਤਾਂ ਤੇਰੀ ਬਹੁਤ ਹੈ, ਪਰ ਗੁਰੂ ਵਾਲਾ ਨਾ ਬਣਨ ਕਰਕੇ ਕਨੈਕਸ਼ਨ ਕੱਟਦਾ। ਕਨੈਕਸ਼ਨ ਉਦੋਂ ਮਿਲੂਗਾ ਜਦ ਗੁਰੂ ਵਾਲਾ ਬਣ ਜਾਏਗਾ, ਫਿਰ ਤੈਨੂੰ ਉਹੀ ਮਹਾਰਾਜ ਆਪੇ ਕਿਰਪਾ ਕਰ ਦੇਣਗੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ, ਸਤਿਗੁਰੂ ਜੇ ਕੋਈ ਅਭਿਆਸ ਕਰਦਾ ਉਹਨੂੰ ਚਮਤਕਾਰ ਤਾਂ ਪਹਿਲਾਂ ਹੀ ਦਿਖਾ ਛੱਡਦੇ ਨੇ ਸਾਰੇ। ਪਰ ਜਿਹੜੀ ਫਿਰ ਅਸਲ ਗੱਲ ਹੁੰਦੀ ਆ, ਜੇ ਬੰਦਾ ਕਹੇ ਕਿ ਹੁਣ ਮੈਂ ਚੋਰੀ ਛੁਪੇ ਐ ਹੋ ਕੇ ਲੰਘ ਜਾਵਾਂਗਾ ਸੱਚਖੰਡ ਨੂੰ, ਉਹ ਉੱਥੇ ਨਹੀਂ ਲੰਘ ਸਕਦਾ। ਜਿਉਂਦੇ ਜੀ ਗੁਰੂ ਵਾਲਾ ਬਣ ਕੇ, ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ, ਫਿਰ ਬ੍ਰਹਮ ਚ ਲੀਨ ਹੁੰਦਾ। ਦੁਰਲਭ ਨਰ ਤਨ ਕਰਹੁ ਸਕਾਰਥ। ਇਸ ਕਰਕੇ ਜਿਹੜਾ ਦੁਰਲਭ, ਦੁਰ ਹੁੰਦਾ ਕਠਨ ਲੱਭਣ ਵਾਲਾ ਸਰੀਰ, ਇਹਨੂੰ ਸਕਾਰਥ ਕਰੋ ਸਫਲਾ। ਸਰੀਰ ਨੂੰ ਸਫਲਾ ਕਰਨਾ ਆਪਾਂ ਨੇ। ਇਸ ਕਰਕੇ ਬ੍ਰਹਮ ਗਿਆਨ ਦੇ ਵਿੱਚ ਹਮੇਸ਼ਾ ਬਿਰਤੀ ਰੱਖਣੀ ਹੈ, ਮੈਂ ਪ੍ਰਕਾਸ਼ ਰੂਪ ਹਾਂ, ਮੈਂ ਜੋਤ ਰੂਪ ਹਾਂ। ਇਹ ਨਹੀਂ ਕਦੇ ਸਮਝਣਾ ਕਿ ਮੈਂ ਇੱਥੇ ਹੀ ਰਹਿਣਾ। ਇੱਥੇ ਤਾਂ ਆਪਾਂ ਚੰਦ ਘੜੀਆਂ ਹੀ ਆਏ ਹੋਏ ਹਾਂ, ਬਸ ਕੁਝ ਸਮਾਂ ਹੀ ਹੈ ਇੱਥੇ ਸੰਸਾਰ ਦੇ ਅੰਦਰ। ਇੱਥੇ ਲੈਣ ਆਏ ਹਾਂ ਆਪਾਂ ਪਰਮਾਤਮਾ ਦਾ ਨਾਮ, ਆਏ ਹਾਂ ਸਤ ਸੰਗਤ ਵਿੱਚ, ਜੋਤ ਨੂੰ ਪ੍ਰਗਟ ਕਰਨਾ ਹਿਰਦੇ 'ਚ, ਆਪਣੇ ਆਪ ਨੂੰ ਦੇਖਣਾ, ਤੇ ਸਾਰਾ ਕੁਝ ਆਪੇ ਹੀ ਪਤਾ ਲੱਗ ਜਾਏਗਾ। ਹੁਣ ਹੁੰਦਾ ਸਾਰਾ ਕੁਝ ਹੀ ਹੈ। ਦੱਸਣ ਵੇਲੇ ਆਪਾਂ ਕਿੰਨੀਆਂ ਹੀ ਚੀਜ਼ਾਂ ਰੋਕ ਜਾਂਦੇ ਆ ਵੀ ਅੱਗੇ ਤਾਂ ਜਿਹੜਾ ਬੈਠਾ ਉਹ ਤਾਂ ਇਹ ਚੀਜ਼ ਨੂੰ ਕਹੇਗਾ ਹੁੰਦਾ ਹੀ ਨਹੀਂ। ਇਹ ਬਹੁਤ ਚੀਜ਼ਾਂ ਨੇ ਜਿਹੜੀਆਂ, ਇੰਨੀਆਂ ਚੀਜ਼ਾਂ ਰੋਜ਼ ਹੀ ਗੁਰਮੁਖਾਂ ਨਾਲ ਹੋਈ ਜਾਂਦੀਆਂ ਨੇ, ਰੋਜ਼ ਹੀ ਕੌਤਕ ਹੋਈ ਜਾਂਦੇ ਨੇ, ਪਰ ਅਭਿਆਸ ਕਰੇ ਫੇਰ ਤਾਂ ਹੈ। ਹੁਣ ਬਿਨਾਂ ਅਭਿਆਸ ਤੋਂ ਇੰਨੀਆਂ ਚੀਜ਼ਾਂ ਸੁਣ ਲਈਆਂ ਤੇ ਫਿਰ ਇਨਸਾਨ ਜਿਹੜਾ ਉਹ ਫੋਕਟ ਹੋ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਅਭਿਆਸ ਨਾਲ ਨਾਲ ਚੱਲਦਾ ਰਹੇ, ਮਿਹਨਤ ਮੁਸ਼ੱਕਤ ਹੁੰਦੀ ਰਹੇ, ਤਾਂ ਸਾਰੀਆਂ ਚੀਜ਼ਾਂ ਦੇ ਉੱਤੇ ਯਕੀਨ ਆ ਜਾਂਦਾ ਹੈ। ਪੁਨ ਨਾ ਜਨਮ ਪਾਵਹਿ ਪਰਮਾਰਥ। ਫਿਰ ਜਦੋਂ ਕਿਰਪਾ ਹੋ ਜਾਂਦੀ ਹੈ, ਮੋਕਸ਼ ਹੋ ਜਾਂਦੀ ਹੈ, ਮੁਕਤੀ ਹੋ ਜਾਂਦੀ ਹੈ, ਫਿਰ ਉਹ ਜਨਮ ਨਹੀਂ ਪਾਉਂਦਾ।
ਭਾਵ ਫੇਰ ਨਹੀਂ ਆਉਂਦਾ ਜੰਮਣ ਮਰਨ ਦੇ ਵਿੱਚ। ਕਿਉਂ? ਇੱਕ ਤਾਂ ਹੁੰਦਾ 84 ਚ ਆਉਣਾ, ਇੱਕ ਹੁੰਦਾ ਮਨੁੱਖਾ ਦੇਹੀ ਦਾ ਮਿਲਣਾ, ਇੱਕ ਹੁੰਦਾ ਫਿਰ ਇੱਥੋਂ ਮੁਕਤ ਹੋ ਕੇ ਸੱਚਖੰਡ ਚਲਿਆ ਜਾਂਦਾ। ਉੱਥੋਂ ਫਿਰ ਡਿਊਟੀ ਲੱਗ ਕੇ ਆਉਣਾ ਅਲੱਗ ਚੀਜ਼ ਹੁੰਦੀ ਹੈ। ਲਓ ਜੀ ਜਾਓ ਹੁਣ ਤੁਸੀਂ ਆ ਜਾ ਕੇ ਕਾਰਜ ਕਰਕੇ ਆ ਜਾਇਓ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਕਿਹਾ ਸੀ ਰਾਜਾ ਜੈ ਸਿੰਘ ਸਵਾਈ ਨੂੰ ਦਮਦਮਾ ਸਾਹਿਬ ਤਖਤ ਸਾਹਿਬ ਤੇ, ਕਹਿਣ ਲੱਗਾ ਮਹਾਰਾਜ ਮੇਰੇ ਕਰਕੇ 8ਵੇਂ ਪਾਤਸ਼ਾਹ ਨੇ ਸਰੀਰ ਛੱਡਿਆ, ਮੈਂ ਉਹਨਾਂ ਨੂੰ ਲਿਆ ਕੇ ਇੱਥੇ ਬੜੀ ਗਲਤੀ ਕੀਤੀ, ਔਰ 9ਵੇਂ ਪਾਤਸ਼ਾਹ ਨੇ ਸ਼ੀਸ਼ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਜਾ ਜੈ ਸਿੰਘ ਮਨ ਦੇ ਅੰਦਰ ਇਹ ਨਾ ਸੋਚ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਰਮਾਂ ਦੇ ਬੰਨੇ ਹੁੰਦੇ ਨੇ, ਕਰਮਾਂ ਦੇ ਨਹੀਂ ਅਸੀਂ ਬੰਨੇ। ਜੇ ਸਾਡਾ ਜੀ ਚਾਹੇ ਅਸੀਂ ਭਾਵੇਂ ਲੱਖ ਵਾਰਾ ਬੈਠੇ ਰਹੇ ਦੁਨੀਆ 'ਚ, ਸਾਨੂੰ ਕਿਹੜਾ ਕਿਸੇ ਨੇ ਕੁਝ ਕਹਿਣਾ। ਇਸ ਕਰਕੇ ਅਸੀਂ ਕਿਸੇ ਦੇ ਬੰਨੇ ਹੋਏ ਨਹੀਂ ਆਉਂਦੇ, ਇਹ ਸੰਸਾਰ ਦੇ ਲੋਕ ਆਉਂਦੇ ਨੇ ਬੰਨੇ ਹੋਏ ਕਰਮਾਂ ਦੇ। ਅਸੀਂ ਆਜ਼ਾਦ ਹਾਂ, ਸੁਤੰਤਰ ਹਾਂ। ਇਸੇ ਤਰ੍ਹਾਂ ਹੀ ਗੁਰਮੁਖ ਜਿਹੜੇ ਹੁੰਦੇ ਨੇ, ਜਦੋਂ ਵਾਹਿਗੁਰੂ ਵੱਲੋਂ ਸੇਵਾ ਲੱਗਦੀ ਆ ਉਹਨਾਂ ਦੀ, ਉਹ ਸੁਤੰਤਰ ਹੀ ਹੁੰਦੇ ਨੇ। ਜਦ ਜੀ ਚਾਹੇ ਚਲੇ ਜਾਣ, ਜੇ ਚਾਹੇ ਉਮਰ ਵੀ ਵਧਾ ਲੈਂਦੇ ਨੇ। ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਮੁਕਤਸਰ ਸਾਹਿਬ ਸਿੰਘਾਂ ਨੂੰ ਦੱਸਿਆ, ਕਹਿੰਦੇ ਚਲਿਆ ਤਾਂ ਅਸੀਂ 13 ਸਾਲ ਪਹਿਲਾਂ ਹੀ ਜਾਣਾ ਸੀ ਸਿੰਘੋ, ਤੁਹਾਡੀਆਂ ਅਰਦਾਸਾਂ ਨਾਲ ਹੀ ਬਸ ਹੋਰ ਉਮਰ ਵਧਾ ਲਈ, ਇੱਛਾ ਜੀ ਹੋ ਗਈ। ਸਿੰਘ ਪਿਆਰ ਕਰਦੇ ਬੜਾ, ਚਲੋ ਹੋਰ ਵਿਦਿਆਰਥੀ ਪੜ੍ਹਾ ਲਈਏ, ਹੋਰ ਕਰ ਲਈਏ। ਬ੍ਰਹਮ ਗਿਆਨੀ ਦਾ ਸੰਕਲਪ ਨਾਲ ਹੀ ਉਮਰ ਵੱਧ ਜਾਂਦੀ ਹੈ, ਕਿਉਂਕਿ ਖਜ਼ਾਨਾ ਹੀ ਬੜਾ ਵੱਡਾ ਉਹਦੇ ਕੋਲੇ। ਜੇ ਉਹ ਚਾਹੇ ਮੈਂ ਤਾਂ ਅੱਜ ਹੀ ਜਾਣਾ, ਜੀ ਆਇਆਂ ਨੂੰ ਜੀ ਆ ਜਾਓ, ਨਾਲ ਦੀ ਨਾਲ ਹੀ ਤੁਰ ਪੈਂਦੇ ਨੇ ਸੰਸਾਰ ਚੋਂ। ਇਸ ਕਰਕੇ ਉਹਨਾਂ ਦੀ ਤੇ ਸਾਡੀ ਗੱਲ ਦਾ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਕਰਕੇ ਆਪਾਂ ਕਦੇ ਇਹ ਨਹੀਂ ਕਹਿਣਾ ਕਿ ਆਹ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ। ਸਭ ਕੁਝ ਹੋ ਸਕਦਾ। ਸਿਮਰਨ ਨਾਲ ਕੀ ਨਹੀਂ ਹੋ ਸਕਦਾ? ਸਿਮਰਨ ਨਾਲ ਸਭ ਕੁਝ ਹੋ ਸਕਦਾ। ਜਿਹਦੇ ਕੋਲ ਸਿਮਰਨ ਹੈ ਉਹ ਸਭ ਕੁਝ ਕਰ ਸਕਦਾ ਹੈ। ਦੋਹਰਾ ਸੁਨ ਪਾਦਾ ਪਾਇਨ ਪਰਾ, ਹਾਂ ਸਬੰਧ ਮਤ ਮੰਦ। ਸੁਣ ਕੇ ਪਾਦਾ ਮਹਾਰਾਜ ਦੇ ਚਰਨੀ ਪੈ ਗਿਆ। ਇਹ ਮਹਾਰਾਜ ਸੱਚੇ ਪਾਤਸ਼ਾਹ ਮਾਫ ਕਰ ਦਿਓ, ਮੈਂ ਬੰਧਨ ਦੇ ਵਿੱਚ ਆ, ਖੋਟੀ ਮੱਤ ਵਾਲਾ, ਮੈਨੂੰ ਬੰਧਨ ਮੁਕਤ ਕਰ ਦਿਓ, ਮੈਨੂੰ ਚੰਗੀ ਮੱਤ ਬਖਸ਼ ਦਿਓ ਜੀ। ਲਖੀ ਨਾ ਤੁਵਗਤ ਜਾਵਹੀ, ਭਾ ਅਵਤਾਰ ਮੁਕੰਦ। ਤੁਸੀਂ ਮੁਕੰਦ ਪ੍ਰਮਾਤਮਾ ਦਾ ਮੁਕਤੀ ਦਾਤਾ ਅਵਤਾਰ ਹੋ, ਤੁਹਾਡੀ ਗਤ ਕੋਈ ਜਾਣ ਨਹੀਂ ਸਕਦਾ। ਉਮਰ ਕਿੰਨੀ ਹੈ? 5 ਸਾਲ। ਤੇ ਉਪਦੇਸ਼ ਦੇਖੋ ਕਿੱਡਾ ਵੱਡਾ ਹੋ ਰਿਹਾ। 5 ਸਾਲ ਦੀ ਉਮਰ 'ਚ ਹੈ ਗੁਰੂ ਨਾਨਕ ਸਾਹਿਬ ਦਾ ਉਪਦੇਸ਼। ਇਸ ਕਰਕੇ ਮਹਾਰਾਜ ਨੇ ਪਾਂਦੇ ਨੂੰ ਨਿਹਾਲ ਕੀਤਾ ਉਦੋਂ, ਤੇ ਸਾਨੂੰ ਨਿਹਾਲ ਅੱਜ ਕੀਤਾ। ਚੌਪਈ ਬਦਨ ਗਿਰਾ ਤਬ ਜਿਉ ਕਰ ਵਾਰਾ। ਸੋ ਇਸ ਤਰੀਕੇ ਨਾਲ ਜਿਹੜੀ ਸੀ ਨਾ ਬਦਨ ਮੁਖ ਦੇ ਵਿੱਚੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗਿਰਾ ਤਬ, ਤੇਰੀ ਜਿਹੜੀ ਬਾਣੀ ਹੈ ਜਿਉ ਕਰਵਾਰਾ, ਭਾਵ ਗਿਆਨ ਦੀ ਸਾਣ ਉੱਤੇ ਉਹ ਧਾਰ ਲਾ ਦਿੱਤੀ, ਉਹਦੀ ਤਲਵਾਰ ਵਰਗੀ ਹੈ। ਇਸ ਤਰੀਕੇ ਨਾਲ ਭਾਵ ਕਹਿਣ ਦਾ ਕਿ ਤੁਹਾਡੇ ਮੁਖ ਵਿੱਚੋਂ ਜਿਹੜੀ ਨਿਕਲੀ ਹੋਈ ਬਾਣੀ ਆ ਨਾ, ਉਹ ਤਿੱਖੀ ਤਲਵਾਰ ਵਰਗੀ ਹੈ। ਗਿਆਨ ਸਾਨ ਪਰ ਤੇ ਖਰ ਧਾਰਾ। ਗਿਆਨ ਦੀ ਸਾਣ ਉੱਤੇ ਉਹਦੀ ਧਾਰ ਤਿੱਖੀ ਹੋਈ ਹੈ। ਭਗਤ ਮੁਸ਼ਟ ਕੇ ਸੰਗ ਜਟੀ ਸੋ। ਸੋ ਉਹਦਾ ਜਿਹੜਾ ਤਲਵਾਰ ਦਾ ਮੁੱਠਾ ਹੁੰਦਾ, ਇਧਰ ਮੁੱਠਾ ਕਿਹੜਾ? ਇਹ ਤਲਵਾਰ ਦਾ। ਕਹਿੰਦੇ ਭਗਤੀ ਦੀ ਮੁੱਠੇ ਨਾਲ ਜੜੀ ਹੋਈ ਆ ਉਹ। ਡਿਡ ਬੈਰਾਗ ਆਕਾਰ ਘਟੀ ਸੋ। ਸੋ ਘੜੀ ਹੋਈ ਸੋਹਣੇ ਢੰਗ ਨਾਲ ਦ੍ਰਿੜ ਬੈਰਾਗ ਹੈ ਜਿਸ ਦੇ ਵਿੱਚ। ਜੋ ਸੂਰਾ ਇਸ ਸਨਮੁਖ ਧਾਵ ਹੈ। ਜਿਹੜਾ ਸੂਰਮਾ ਇਸ ਤੁਹਾਡੀ ਤਲਵਾਰ ਦੇ ਸਨਮੁਖ ਹੋ ਕੇ ਸਾਹਮਣੇ ਆ ਜਾਂਦਾ ਤੁਹਾਡੇ। ਅੰਗ ਅਗਿਆਨ ਤਾਹੀ ਘਟ ਜਾਵ ਹੈ। ਤੁਸੀਂ ਉਹਨੇ ਅਗਿਆਨਤਾ ਦੇ ਅੰਗ ਕੱਟ ਦਿੰਦੇ ਹੋ। ਜਿਹੜਾ ਤੁਹਾਡੇ ਸਾਹਮਣੇ ਆ ਗਿਆ, ਗਿਆਨ ਖੜਗ ਕਰਾਰਾ ਜਦੋਂ ਚਲਾਉਂਦੇ ਹੋ, ਉਸ ਵਕਤ ਉਹਦੇ ਅਗਿਆਨਤਾ ਦੇ ਅੰਗ ਕੱਟ ਦਿੰਦੇ ਹੋ। ਨਿਜ ਸਰੂਪ ਕੀ ਲਖਤਾ ਹੋਈ। ਉਸ ਬੰਦੇ ਨੂੰ ਅਗਿਆਨਤਾ ਦੂਰ ਹੋਣ ਕਰਕੇ ਆਪਣੇ ਅੰਦਰਲੇ ਸਰੂਪ ਦਾ ਗਿਆਨ ਹੋ ਜਾਂਦਾ ਹੈ। ਦੇਹ ਭਟ ਮਿਲਿਓ ਸਰਗ ਸੁਖ ਸੋਈ। ਉਸ ਰੱਬ ਦੇ ਭਗਤ ਸੂਰਮੇ ਨੂੰ ਸੱਚਖੰਡ ਦੀ ਪ੍ਰਾਪਤੀ ਹੋ ਜਾਂਦੀ ਹੈ। ਵਿਸੈ ਫਸੇ ਕਾਤਰ ਡਰ ਪਾਹੀ। ਜਿਹੜੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਲੋਕ ਫਸੇ ਹੋਏ ਨੇ, ਕਾਇਰ ਗੀਦੀ ਲੋਕ, ਉਹ ਡਰਦੇ ਰਹਿੰਦੇ ਤੁਹਾਡੇ ਸਾਹਮਣੇ ਆਉਣ ਤੋਂ। ਜੇ ਕਈ ਅਮਰ ਛਕ ਲੋ, ਕਹਿੰਦੇ ਫੇਰ ਤਾਂ ਮੂੰਹ ਹੀ ਬੰਦ ਹੋ ਜਾਊਗਾ, ਕੋ ਖਾ ਪੀ ਨਹੀਂ ਸਕਣਾ, ਅਸੀਂ ਤਾਂ ਹਲੇ ਐਸ਼ਾਂ ਕਰਨੀਆਂ ਨੇ। ਉਹ ਕਾਇਰ ਲੋਕ ਜਿਹੜੇ ਪਰੇ ਨੂੰ ਭੱਜ ਜਾਂਦੇ ਨੇ, ਗੁਰੂ ਵਾਲੇ ਨਹੀਂ ਬਣ ਸਕਦੇ। ਵਿਮੁਖ ਭਏ ਨਹਿ ਧਾਰ ਧੀਰ ਤਰਾਹੀ। ਸੋ ਇਸ ਕਰਕੇ ਉਹ ਬੇਮੁਖ ਹੋ ਜਾਂਦੇ ਨੇ,
ਧੀਰਜ ਨਹੀਂ ਧਰਦੇ ਹਨ। ਗਇਓ ਲੋਕ ਪਰਲੋਕ ਬਿਗਾਰਾ। ਲੋਕ ਤਾਂ ਗਿਆ ਹੀ ਗਿਆ, ਪਰਲੋਕ ਵੀ ਨਾਲ ਵਿਗਾੜ ਲਿਆ। ਰਣ ਤਨ ਮਾਨ ਮਾਨੁਖ ਪਿਛ ਪੱਗ ਧਾਰਾ। ਹੁਣ ਮਨੁੱਖਾ ਸਰੀਰ ਰੂਪੀ ਯੁੱਧ ਵਿੱਚ ਪੈਰ ਪਿੱਛੇ ਹਟਾ ਲਿਆ ਉਹਨਾਂ ਨੇ ਆਪਣੇ ਜੀਵਨ ਨੂੰ ਸਫਲਾ ਨਹੀਂ ਕੀਤਾ। ਦੋਹਰਾ ਅਕਸਮਾਤ ਕਰਨਾ ਕਰੀ ਦੇਖ ਦੀਨ ਗਤ ਦਾਨ। ਅਚਨਚੇਤੀ ਅਚਾਨਕ ਹੀ ਸਤਿਗੁਰੂ ਮਹਾਰਾਜ ਨੇ ਫਿਰ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ। ਤੱਕਦਿਆਂ ਸਾਰੀ ਮੁਕਤੀ ਦਾਤੇ ਨੇ ਪਾਂਦੇ ਨੂੰ ਨਿਮਰਤਾ 'ਚ ਦੇਖ ਕੇ ਕਿ ਹੁਣ ਐਨ ਤਿਆਰ ਹੈ ਬਖਸ਼ਿਸ਼ ਲਈ, ਕਿਰਪਾ ਦ੍ਰਿਸ਼ਟੀ ਨਾਲ ਪ੍ਰਕਾਸ਼ ਪਾ ਦਿੱਤਾ ਉਹਦੇ ਤੇ। ਲਿਵ ਲਾਗੀ ਮਨ ਭਜਨ ਕੀ ਸੁਨੇ ਬੈਨ ਜਬ ਕਾਨ। ਜਦੋਂ ਬਚਨ ਕੰਨਾਂ ਵਿੱਚ ਸੁਣੇ ਮਹਾਰਾਜ ਦੇ, ਕਿਰਪਾ ਦ੍ਰਿਸ਼ਟੀ ਹੋ ਗਈ ਤਾਂ ਲਿਵ ਲਾਗੀ ਪਰਮਾਤਮਾ ਦੇ ਵਿੱਚ। ਇੱਕਦਮ ਗੁਰਾਂ ਨੇ ਸਮਾਧੀ ਲਵਾ ਦਿੱਤੀ। ਚੌਪਾਈ ਤਬ ਕਪੋਲ ਕਲ ਬੋਲ ਅਮੁੱਲ ਹੈ। ਉਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਦੀਆਂ ਜੋ ਸੁੰਦਰ ਗੱਲਾਂ ਹਨ ਅਮੋਲਕ, ਜੋ ਤਾਲੀ ਗੁਣ ਕੁਲਫੈ ਖੁੱਲ ਹੈ। ਕਹਿੰਦੇ ਜਿਵੇਂ ਕੁੰਜੀ ਭਾਵ ਆਪਦੀ ਬਾਣੀ ਜਿਹੜਾ ਮੁੱਖ ਸੀ, ਸੁੰਦਰ ਪਹਿਲਾ ਅਲੰਕਾਰ ਬਣਾਇਆ ਹੈ। ਸੁੰਦਰ ਮੁੱਖ ਸੋਹਣੇ ਸਰੂਪ ਵਾਲੇ ਸਤਿਗੁਰੂ, ਜਦੋਂ ਤੁਸੀਂ ਆਪਣੀ ਇਹ ਬਾਣੀ ਬੋਲੀ ਮਨ ਕੁੰਜੀ ਹੈ ਤੇ ਜਿੰਦਰਾ ਰੂਪੀ ਗੁਣਾ ਨੂੰ ਖੋਲਿਆ, ਗੁਣਾ ਰੂਪੀ ਜਿੰਦਰੇ ਨੂੰ ਖੋਲ ਕੇ ਉਹਨੇ ਬਾਣੀ ਦੀ ਕੁੰਜੀ ਲਾਈ, ਜਦ ਤੁਸੀਂ ਵਿੱਚੋਂ ਗੁਣਾ ਦਾ ਢੇਰ ਕੱਢ ਲਿਆ ਅਤੇ ਆਪਣੇ ਸੇਵਕਾਂ ਨੂੰ ਭਰਪੂਰ ਕਰ ਦਿੱਤਾ। ਵਾਕ ਅਨੋਚਿਤ ਮੈਂ ਜੋ ਬਖਾਨੇ। ਤੇ ਮਹਾਰਾਜ ਜੀ ਜਿਹੜੇ ਮੈਂ ਅਯੋਗ ਵਾਕ ਆਪ ਜੀ ਨੂੰ ਕਹੇ ਆ, क्षमा करो अब श्री प्रभ जाने। ਮੈਂ ਹੁਣ ਤੁਹਾਨੂੰ ਪ੍ਰਮਾਤਮਾ ਜਾਣ ਲਿਆ। ਸੱਚੇ ਪਾਤਸ਼ਾਹ ਮੈਨੂੰ ਮਾਫ ਕਰ ਦਿਓ ਜਿਹੜੇ ਮੈਂ ਤੁਹਾਨੂੰ ਕੋਈ ਬਚਨ ਕਹਿ ਗਿਆ ਹੋਵਾਂ। ਪਹਿਲਾਂ ਤਾਂ ਮੈਂ ਸਮਝਦਾ ਸੀ ਉਹੀ ਬੱਚਾ ਜਿਹੀ ਨਿਆਣਾ ਜਿਹੀ, ਇਹਨੂੰ ਕੀ ਪਤਾ ਹੋਣਾ। ਇਸ ਕਰਕੇ ਹੁਣ ਮੈਨੂੰ ਆਪ ਜੀ ਮਾਫ ਕਰ ਦਿਓ ਜੀ। ਅਸ ਕਹਿ ਬਾਰ ਬਾਰ ਪਦ ਬੰਦਨਾ। ਇਉਂ ਕਹਿ ਕੇ ਬਾਰ ਬਾਰ ਚਰਨਾਂ ਤੇ ਮੱਥਾ ਟੇਕਦਾ। ਜਦੋਂ ਸੋਝੀ ਪਾਰ ਨੇ ਸਤਿਗੁਰੂ, ਫਿਰ ਇੱਥੇ ਹੀ ਸਭ ਕੁਝ ਹੋ ਜਾਂਦਾ ਗੁਰੂ ਘਰ ਦੇ ਵਿੱਚ ਹੀ। ਫਿਰ ਆਹ ਸਾਰੇ ਜਿੰਨੀਆਂ ਚੀਜ਼ਾਂ ਇਹਨਾਂ ਚੋਂ ਹੀ ਸਭ ਕੁਝ ਦਿਖਣ ਲੱਗ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਆ ਕੇ ਜਦ ਮੱਥਾ ਟੇਕਦਾ, ਫਿਰ ਰੋਮ ਰੋਮ ਸਿਮਰਨ, ਕੌਲਿਆਂ 'ਚ ਕੰਧਾਂ 'ਚ ਮੈਟਾਂ ਵਿੱਚੋਂ ਵੀ ਸਿਮਰਨ ਹੁੰਦਾ। ਫਿਰ ਨਾਲ ਟੱਚ ਹੁੰਦਿਆਂ ਵੀ ਕਰੰਟ ਵੱਜਦਾ ਚਾਰੇ ਪਾਸੇ। ਪਰ ਜਦ ਤੱਕ ਉਹ ਕਨੈਕਸ਼ਨ ਨਹੀਂ ਮਿਲਿਆ ਹੋਇਆ, ਨਿਮਰਤਾ 'ਚ ਨਹੀਂ ਆਏ, ਉਦੋਂ ਤੱਕ ਕੁਝ ਵੀ ਨਹੀਂ ਦਿਖਦਾ। ਤਾਂ ਜਦ ਕਿਰਪਾ ਹੋ ਗਈ, ਫਿਰ ਸਾਰੇ ਪਾਸੇ ਸਾਰਾ ਕੁਝ ਹੀ ਦਿਖਦਾ। ਫਿਰ ਸਿਮਰਨ ਹਵਾ 'ਚ ਵੀ ਹੋਈ ਜਾਂਦਾ, ਰੋਮ ਰੋਮ ਸਿਮਰਨ ਹੁੰਦਾ। ਪਰ ਅਭਿਆਸ ਕਰਨ ਦੀ ਲੋੜ ਹੈ। ਤੁਝ ਦਰਸ਼ਨ ਤ੍ਰੈ ਤਾਪ ਨਿਕੰਦਨ। ਮਹਾਰਾਜ ਜੀ ਤੁਹਾਡੇ ਤਾਂ ਦਰਸ਼ਨ ਕਰਕੇ ਨਾ ਜੀ, ਜਿਹੜੇ ਤ੍ਰੈ ਤਾਪ ਹੁੰਦੇ ਨੇ, ਆਧੀ ਹੁੰਦੀ ਮਨ ਦੀ ਪੀੜਾ, ਵਿਆਧੀ ਹੁੰਦੀ ਸਰੀਰਕ ਦੁੱਖ, ਉਪਾਧੀ ਹੁੰਦੀ ਉੱਤੋਂ ਦੀਆਂ ਵਿਪਤਾਵਾਂ, ਇਹ ਅੱਗੇ ਚੱਲ ਕੇ ਪ੍ਰਸੰਗ ਆਉਣਗੇ, ਫਿਰ ਖੁੱਲ ਕੇ ਵਿਚਾਰ ਕਰਾਂਗੇ ਇਹਨਾਂ ਬਾਰੇ। ਇਹ ਮਹਾਰਾਜ ਤੁਹਾਡੀ ਕਿਰਪਾ ਹੋ ਗਈ, ਆਧੀ ਵਿਆਧੀ ਉਪਾਧੀ ਸਾਰੀਆਂ ਹੀ ਚਲੀਆਂ ਗਈਆਂ। ਨਾਮ ਧਰਾਇਓ ਕਾਲੂ ਨੰਦਨ। ਆਪ ਜੀ ਨੇ ਨਾਮ ਜਿਹੜਾ ਧਰਾਇਆ ਬਾਬਾ ਕਲਿਆਣ ਚੰਦ ਦੇ ਸਾਹਿਬਜ਼ਾਦੇ। ਨਰ ਤਾਰਨ ਕਲ ਕੇ ਮਤ ਮੰਦਨ। ਇਹ ਜਿਹੜੇ ਕਲਯੁਗ ਦੇ ਜਿੰਨੇ ਜੀਵ ਨੇ, ਖੋਟੀ ਬੁੱਧੀ ਵਾਲੇ ਜੀਵ ਨੇ, ਇਹਨਾਂ ਨੂੰ ਤਾਰਨ ਲਈ ਤੁਸੀਂ ਆਪ ਹੀ ਆਏ ਹੋ। ਖੋਟੀ ਬੁੱਧੀ ਨੂੰ ਸਮਝਾਉਣਾ, ਸੌਖੀ ਬੁੱਧੀ ਦਾ ਸਮਝਾਉਣਾ ਬਹੁਤ ਸੌਖਾ ਹੁੰਦਾ, ਤੇ ਖੋਟੀ ਬੁੱਧੀ ਤੇ ਬਹੁਤ ਹੀ ਜ਼ਿਆਦਾ ਪੁੱਠੀ ਹੁੰਦੀ ਆ। ਉਹਨੂੰ ਸਮਝਾਉਣਾ ਕਿੰਨੇ ਹੀ ਸਾਲ ਲੰਘ ਜਾਂਦੇ ਨੇ। ਉਹੀ ਜਿਹੜਾ ਪਹਿਲਾਂ ਪੁੱਠਾ ਬੋਲਦਾ, ਫਿਰ ਆਪੇ ਸਿੱਧਾ ਬੋਲਣ ਲੱਗ ਜਾਂਦਾ। ਕਹਿੰਦੇ ਹਾਂ ਵੀ ਇਹ ਸਭ ਕੁਝ ਹੁੰਦਾ, ਪਹਿਲਾਂ ਉਹੀ ਪੁੱਠਾ ਬੋਲੀ ਜਾਂਦਾ। ਫਿਰ ਕਈ ਲੋਕ ਜਿਹੜੇ ਗੁਰਦੁਆਰਿਆਂ ਦੇ ਬਾਹਰ ਖੜੇ ਪਿੰਡਾਂ 'ਚ ਵੀ ਪੁੱਠਾ ਸਿੱਧਾ ਬੋਲੇ, ਜਦ ਕਿਤੇ ਕਿਰਪਾ ਹੋ ਜਾਂਦੀ ਹੈ, ਉਹ ਫਿਰ ਸਾਰੇ ਆਪ ਹੀ ਕਹਿੰਦੇ ਨੇ ਵੀ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਇਹਨਾਂ ਗੱਲਾਂ ਦਾ, ਅਸੀਂ ਤਾਂ ਐਵੇਂ ਹੁੰਦੇ ਸੀ ਬਾਹਰ ਖੜ ਕੇ ਰੌਲਾ ਪਾਉਣ ਵਾਲੇ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਬੰਦੇ ਨੂੰ ਗਿਆਨ ਹੀ ਨਹੀਂ ਹੁੰਦਾ, ਤੇ ਜਦ ਗਿਆਨ ਹੁੰਦਾ ਫਿਰ ਪਛਤਾਵਾ ਹੋ ਜਾਂਦਾ ਵੀ ਪਹਿਲਾਂ ਅਸੀਂ ਜ਼ਿੰਦਗੀ ਜਿਹੜੀ ਸੀ ਉਹ ਬੇਅਰਥ ਗਵਾ ਦਿੱਤੀ। ਬਹਰੋ ਭਇਓ ਤੂਸ਼ਨੀ ਪਾਦਾ। ਇਹ ਜਿਹੜਾ ਪਾਂਦਾ ਸੀ ਨਾ, ਤੂਸ਼ਨੀ ਤੋਂ ਭਾਵ ਚੁੱਪ ਹੋ ਗਿਆ। ਔਰ ਲੱਖ ਕਾਰ ਸੁਖ ਅਕਥ ਅਗਾਦਾ। ਅਗਾਧ ਜਿਵੇਂ ਡੂੰਘਾ ਸਮੁੰਦਰ ਹੁੰਦਾ, ਅਕਥ ਕਹਿਣ ਤੋਂ ਰਹਿਤ ਸੁਖ ਹਿਰਦੇ 'ਚ ਜਾਣ ਕੇ ਚੁੱਪ ਹੋ ਗਿਆ, ਬੋਲੇ ਹੀ ਨਹੀਂ ਗਿਆ। ਜਦ ਸਮਾਧੀ ਲੱਗੀ ਬੋਲਣ ਲਈ, ਫਿਰ ਸਮਰੱਥਾ ਕਿੱਥੇ। ਭਾ ਆਨੰਦ ਮੂਕੰ ਮਿਠਿਆਈ। ਜਿਵੇਂ ਗੂੰਗੇ ਦੀ ਮਠਿਆਈ ਹੁੰਦੀ ਹੈ, ਇਹ ਆਨੰਦ ਹੋ ਗਿਆ, ਕੁਝ ਬੋਲ ਨਹੀਂ ਸਕਿਆ। ਤਤ ਵੇਤਨ ਕੀ ਪਦਵੀ ਪਾਈ। ਮਹਾਰਾਜ ਦੀ ਕਿਰਪਾ ਹੋ ਗਈ, ਤਤ ਵੇਤੇ ਬ੍ਰਹਮ ਗਿਆਨੀ ਦੀ ਪਦਵੀ ਪ੍ਰਾਪਤ ਕਰ ਲਈ। ਇੱਕ ਬ੍ਰਹਮ ਗਿਆਨੀ ਗੁਰੂ ਨਾਨਕ ਦੇਵ ਨੇ ਬਣਾਤਾ, ਇਹਨੇ ਪਤਾ ਨਹੀਂ ਕਿੰਨੀਆਂ ਦੁਨੀਆਂ ਤਾਰੀ ਹੋਣੀ, ਫਿਰ ਬਹੁਤ ਪ੍ਰਚਾਰ ਕੀਤਾ ਹੋਣਾ।
ਕਿਉਂ ਸਤਿਗੁਰੂ ਜੀ ਬਸ ਇੱਕ ਥਾਂ ਇੱਕ ਬ੍ਰਹਮ ਗਿਆਨੀ ਨੂੰ ਬਿਠਾ ਜਾਂਦੇ ਸੀ, ਉਹ ਪਤਾ ਨਹੀਂ ਕਿੰਨੇ ਲੱਖਾਂ ਲੋਕਾਂ ਦਾ ਉਧਾਰ ਅੱਗੇ ਤੋਂ ਅੱਗੇ ਕਰੀ ਜਾਂਦਾ। ਕਬਿਤਾ ਦਿਉਤ ਕਾਰ ਚੰਡ ਮਹਿ ਨੀਤ ਨਿਤ ਦੰਡ ਮਹਿ ਦਾਨ ਗਜ ਗੰਢ ਮਹਿ ਸੋਭਤ ਅਪਾਰ ਹੈ। ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਬਾਣੀ ਹੈ, ਬਾਣੀ ਦੀ ਮਹਿਮਾ ਕਵੀ ਜੀ ਹੁਣ ਅਗਲਾ ਪ੍ਰਸੰਗ 7ਵਾਂ ਪ੍ਰਸੰਗ ਇਹ ਬਾਲ ਲੀਲਾ ਦਾ ਜੋ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਨੇ ਇਸ ਤਰੀਕੇ ਨਾਲ ਜਿਵੇਂ ਦਿਓਤ ਹੁੰਦਾ ਨਾ ਸੂਰਜ, ਇਹਦਾ ਜਿਹੜੀ ਤਿੱਖੀ ਧੁੱਪ ਹੁੰਦੀ ਆ ਸੂਰਜ ਦੀ, ਭਾਵ ਧੁੱਪ ਦੀਆਂ ਰਿਸ਼ਮਾਂ ਵਿੱਚ ਜਿਵੇਂ ਤੇਜ ਸੁਭਾਏਮਾਨ ਹੁੰਦਾ। ਦਿਓਤ ਕਰ ਚੰਡ ਮਹਿ ਨੀਤ ਨ੍ਰਿਪ ਦੰਡ ਮਹਿ, ਜਿਵੇਂ ਰਾਜਾ ਹੁੰਦਾ ਉਹ ਇਸ ਤਰੀਕੇ ਨਾਲ ਨੀਤੀ ਦੇ ਵਿੱਚ ਨਿਪੁੰਨ ਹੁੰਦਾ, ਜਿਸ ਤਰ੍ਹਾਂ ਦੰਡ ਦੇਣ ਦੇ ਵਿੱਚ, ਇਸੇ ਤਰੀਕੇ ਨਾਲ ਕਹਿੰਦੇ ਇਹਦੀ ਤਿੱਖੀ ਧੁੱਪ ਹੁੰਦੀ ਹੈ। ਕਹਿਣ ਤੋਂ ਭਾਵ ਕਿ ਇਨਸਾਫ ਤੋਂ ਹੈ ਕਿ ਅਨੀਤੀ ਦਾ ਦੰਡ ਨਾ ਦੇਵੇ, ਨੀਤੀ ਨਾਲ ਦੰਡ ਦੇਵੇ ਰਾਜਾ। ਇੱਕ ਕਿਸਮ ਦੇ ਪੁੱਠੇ ਢੰਗ ਨਾਲ ਐਵੇਂ ਵਾਧੂ ਜੇ ਕੇਸ ਬਣਾ ਕੇ ਦੰਡ ਪਾ ਦੇਣਾ, ਇੱਕ ਹੁੰਦਾ ਸਹੀ ਢੰਗ ਨਾਲ ਦੰਡ ਦੇਣਾ। ਕਹਿੰਦੇ ਇਸ ਤਰੀਕੇ ਨਾਲ ਦਾਨ ਗਜ ਗੰਢ ਮਹਿ, ਤੇ ਇਹ ਜਿਹੜਾ ਹੈ ਨਾ ਹਾਥੀ ਆਦਿਕ ਜਿਹੜੇ ਨੇ, ਗਜ ਹਾਥੀ, ਸੋ ਗੱਲ ਰੁਖਸਾਰਾ, ਮੂੰਹ ਦਾ ਇੱਕ ਪਾਸਾ, ਪੁੜਪੁੜੀ ਤੋਂ ਲੈ ਕੇ ਗੱਲਾਂ ਸਮੇਤ ਨੂੰ ਆਖਦੇ ਨੇ। ਹਾਥੀ ਦੇ ਗਣ ਸਤਲ ਤੋਂ ਮਦ ਚੋਂਦਾ ਹੈ ਭਾਵ, ਤੇ ਇਸ ਕਰਕੇ ਕਹਿੰਦੇ ਉਹ ਜਿਹੜਾ ਹੁੰਦਾ ਨਾ ਹਾਥੀ, ਦਾਨ ਗਜ ਗੰਢ ਮਹਿ ਸ਼ੋਭਤ ਅਪਾਰ ਹੈ, ਸ਼ੋਭਨੀਕ ਹੁੰਦੀਆਂ। ਇਹ ਚੀਜ਼ਾਂ ਕਿਹੜੀਆਂ ਕਿਹੜੀਆਂ ਸ਼ੋਭਦੀਆਂ ਉਹਨੂੰ ਇੱਥੇ ਦੱਸਦੇ ਨੇ। ਜਿਵੇਂ ਸੂਰਜ ਦੀ ਧੁੱਪ ਤਿੱਖੀ ਪ੍ਰਚੰਡ ਧੁੱਪ ਹੋਵੇ, ਕਹਿੰਦੇ ਉਹ ਸ਼ੋਭਨੀਕ ਹੁੰਦੀ ਆ, ਬੜਾ ਸੋਹਣਾ ਸੂਰਜ ਚੜ੍ਹਿਆ ਅੱਜ। ਇਸ ਤਰੀਕੇ ਨਾਲ ਕਹਿੰਦੇ ਰਾਜਾ ਹੋਵੇ ਅਨੀਤੀ ਦਾ ਦੰਡ ਨਾ ਦੇਵੇ, ਦੰਡ ਦੇਵੇ ਢੰਗ ਸਿਰ ਕਾਨੂੰਨ ਦੇ ਮੁਤਾਬਕ, ਉਹ ਜੱਚਦਾ ਹੈ। ਹਾਥੀ ਦੇ ਕੰਨਾਂ ਦੇ ਕੋਲ ਦੀ ਮਦ ਚੋਂਦਾ ਹੋਵੇ, ਉਹ ਸੋਹਣਾ ਲੱਗਦਾ, ਕਿਉਂ ਹਾਥੀ ਗਜ ਹਾਥੀ ਸਾਰਿਆਂ ਨਾਲੋਂ ਵਧੀਆ ਮੰਨਿਆ ਗਿਆ ਹੈ। ਹਾਵੀ ਜਿਵੇਂ ਖੀਰ ਮਹਿ ਤੀਰ ਜਿਵੇਂ ਵੀਰ ਮਹਿ ਸੀਰ ਜਿਵੇਂ ਨੀਰ ਮਹਿ ਹੋਤ ਸੁਖ ਕਾਰ ਹੈ। ਹੁਣ ਇਹ ਚੀਜ਼ਾਂ ਜੱਚਦੀਆਂ ਅੱਗੇ ਕਹਿੰਦੇ ਹਵੀ ਹੁੰਦਾ ਘਿਓ ਜਿਵੇਂ ਖੀਰ ਵਿੱਚ ਸੋਹਣਾ ਲੱਗਦਾ, ਧੀਰਜ ਹੁੰਦਾ ਜਿਵੇਂ ਵੀਰ ਜੋਧੇ ਵਿੱਚ ਧੀਰਜ ਹੋਵੇ ਉਹ ਸੋਹਣਾ ਲੱਗਦਾ ਹੈ, ਪਾਣੀ ਦੇ ਵਿੱਚ ਜਿਵੇਂ ਸੀਰ ਸੀਤਲਤਾ ਹੋਵੇ ਸੁਖ ਦੇ ਦੇਣ ਵਾਲੀ ਹੁੰਦੀ ਹੈ। ਜੌਨ ਜਿਵੇਂ ਇੰਦ ਮਹਿ ਗੰਧ ਅਰ ਬਿੰਦ ਮਹਿ ਮੋਖ ਤਦ ਬਿੰਦ ਮਹਿ ਜਾਨ ਨਿਰਧਾਰ ਹੈ। ਹੁਣ ਕਹਿੰਦੇ ਨੇ ਇਸ ਢੰਗ ਨਾਲ ਕਿਹੜੀ ਚੀਜ਼ ਹੋਰ ਸੋਹਣੀ ਲੱਗਦੀ ਹੈ? ਜੌਨ ਜਿਵੇਂ ਚੰਦਰਮਾ ਦੀ ਚਾਨਣੀ, ਇੰਦ ਤੋਂ ਭਾਵ ਚੰਦਰਮਾ ਦੇ ਵਿੱਚ ਸੋਹਣੀ ਲੱਗਦੀ ਹੈ। ਗੰਧ ਅਰਬਿੰਦ ਮਹਿ ਜਿਵੇਂ ਕਮਲ ਦੇ ਫੁੱਲ ਦੀ ਖੁਸ਼ਬੂ ਕਮਲ ਵਿੱਚੋਂ ਸੋਹਣੀ ਲੱਗਦੀ ਹੈ। ਇਸੇ ਤਰੀਕੇ ਨਾਲ ਮੁਕਤੀ ਹੋ ਜਾਂਦੀ, ਜਿਵੇਂ ਤਤ ਬਿੰਦ ਮੈਂ ਜਾਨ ਨਿਰਧਾਰ ਹੈ, ਇਉਂ ਵਿਚਾਰ ਨਾ ਕਰੋ। ਸ਼ਵਸ਼ ਜਸ ਦਾਨ ਮਹਿ ਤਾਨ ਜਿਮ ਗਿਆਨ ਮਹਿ ਗ੍ਰੰਥ ਗੁਰ ਗਿਆਨ ਮਹਿ ਤੈਸੇ ਰਸ ਸਾਰ ਹੈ। ਕਹਿੰਦੇ ਸਵੱਛ ਜਸ ਦਾਨ ਮਹਿ, ਦਾਨ ਦੇਣ ਦੇ ਵਿੱਚ ਬਹੁਤ ਸਵੱਛ ਜਸ ਹੁੰਦਾ ਬੰਦੇ ਦਾ। ਤੇ ਇਸੇ ਤਰੀਕੇ ਨਾਲ ਜਦੋਂ ਬੰਦੇ ਨੇ ਇਹ ਢੰਗ ਦੇ ਨਾਲ ਦਾਨ ਦੇਣਾ ਤਾਂ ਉਹਦਾ ਚਾਰੇ ਪਾਸੇ ਜਿਵੇਂ ਕਹਿੰਦੇ ਨਾ ਜਸ ਸੁਭਾਏਮਾਨ ਹੁੰਦਾ। ਜਿਵੇਂ ਗਾਉਣ ਵਾਲਾ ਜਿਹੜਾ ਨਾ, ਗਾਉਣ ਵਿੱਚ ਤਾਨਾਂ ਹੁੰਦੀਆਂ ਨੇ ਉਹ ਸੋਹਣੀਆਂ ਲੱਗਦੀਆਂ ਨੇ, ਤਿਵੇਂ ਹੀ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਵਿੱਚ ਸ੍ਰੇਸ਼ਟ ਰਸ ਪੂਰਨ ਸੁਭਾਏਮਾਨ ਹੈ। ਕਿਉਂ ਕਵੀ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿੰਨੀਆਂ ਉਦਾਹਰਨਾਂ ਦੇ ਕੇ ਨਾ ਫਿਰ ਮਹਿਮਾ ਕੀਤੀ ਹੈ। ਮਹਿਮਾ ਕਰਨ ਦੇ ਨਾਲ ਇਹ ਪਤਾ ਲੱਗ ਜਾਂਦਾ ਕਿ ਜਿਵੇਂ ਤਤ ਬੇਤਾ ਦੇ ਵਿੱਚ ਅਸਲੀਅਤ ਜਿਹੜੀ ਵਿਦਿਆ ਜਾਣਨ ਵਾਲਾ ਗਿਆਨ ਹੁੰਦਾ, ਇਸ ਤਰੀਕੇ ਨਾਲ ਜਿਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਚੰਦਰਮਾ ਵਿੱਚ ਚਾਂਦਨੀ, ਕਮਲਾਂ ਵਿੱਚ ਸੁਗੰਧੀ, ਤਤ ਬੇਤੇ ਵਿੱਚ ਮੁਕਤੀ ਜਾਣ ਲੋ ਕਿ ਨਿਸ਼ਚੇ ਸੁਭਾਏਮਾਨ ਹੁੰਦੀਆਂ ਨਾ, ਕਿਉਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗਿਆਨ ਸ੍ਰੇਸ਼ਟ ਰਸ ਪੂਰਨ ਸੁਭਾਏਮਾਨ ਹੈ। ਸ੍ਰੀ ਬਾਲਾ ਸੁੰਦਰ ਬਾਚ ਦੋਹਰਾ ਸਹਿਜ ਸੁਭਾਇਕ ਮੁਕਤ ਦਾ ਆਵਤ ਭਏ ਅਵਾਸ। ਸੁਤੇ ਸਿੱਧੀ ਮੁਕਤੀ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਆਪਣੇ ਆਵਾਸ ਤੋਂ ਭਾਵ ਘਰ ਵੱਲ ਨੂੰ ਆ ਰਹੇ ਹਨ। ਪਦ ਉਪਰ ਕਟ ਕੈਂਕਨੀ ਸ਼ਬਦ ਹੋਤ ਪ੍ਰਕਾਸ਼। ਲੱਕ ਵਿੱਚ ਤੁੜਾਕੀ ਤੇ ਚਰਨਾਂ ਦੇ ਵਿੱਚ ਝਾਂਜਰਾਂ, ਬੱਚਾ ਹੋਣ ਕਰਕੇ 5 ਸਾਲ ਦੀ ਉਮਰ ਕਰਕੇ ਪੁਰਾਣਾ ਰਿਵਾਜ ਸੀ, ਤੋਂ ਜਦੋਂ ਆਉਂਦੇ ਨੇ ਤਾਂ ਉਹਨਾਂ ਦੀ ਆਵਾਜ਼ ਆਉਣ ਕਰਕੇ ਪਤਾ ਲੱਗ ਜਾਂਦਾ ਕਿ ਕਿੱਥੇ ਹੈ ਬੱਚਾ। ਕਿਉਂ ਗੁਰੂ ਨਾਨਕ ਦੇਵ ਦੀ ਛੋਟੀ ਉਮਰ ਹੋਣ ਕਰਕੇ, ਮਾਤਾ ਪਿਤਾ ਦੇ ਲਾਡਲੇ ਹੋਣ ਕਰਕੇ, ਘਰ ਵਿੱਚ ਕੋਈ ਕਮੀ ਨਾ ਹੋਣ ਕਰਕੇ ਬਹੁਤ ਜ਼ਿਆਦੇ ਸੋਹਣੇ ਕੱਪੜੇ ਵਸਤਰ ਆਦਿਕ ਪਾਉਣੇ,
ਇਹ ਸਾਰੀਆਂ ਚੀਜ਼ਾਂ ਪਾ ਕੇ ਮਾਤਾ ਜੀ ਨੇ ਨਵਾ ਧਵਾ ਕੇ ਸੋਹਣੇ ਬਣਾ ਕੇ ਰੱਖਣਾ। ਜੋ ਪਾਈ ਮਾਤ ਬਿਲੋਕਤ ਬੈਨ ਅਲਾਇਓ, ਮਾਤਾ ਜੀ ਨੇ ਦੇਖਦਿਆਂ ਸਾਰ ਬਚਨ ਕੀਤਾ। ਬਿਨਾ ਪਰ ਦੁਖ ਸਦਨ ਚੱਲ ਆਇਓ। ਸੋ ਕਹਿਣ ਲੱਗੇ ਮਾਤਾ ਜੀ ਉਸ ਵਕਤ ਕਿ ਤੁਸੀਂ ਸੰਧਿਆ ਪਈ ਤੋਂ ਪਹਿਲਾਂ ਹੀ ਘਰੇ ਆ ਗਏ ਹੋ। ਤੋਰ ਤਾਤ ਤਾੜਹਿ ਗੋ ਤਾਤਾ, ਤੋ ਤੁਹਾਡੇ ਪਿਤਾ ਜੀ ਤੁਹਾਨੂੰ ਤਾੜਨਗੇ ਆ ਕੇ। ਹਿਤ ਕਰ ਪੜ੍ਹੋ ਨਾ ਖੇਲਹਿ ਰਾਤਾ, ਸੋ ਹਿਤ ਕਰ ਪੜੋ ਨਾ, ਤੁਸੀਂ ਪੜ੍ਹਦੇ ਨਹੀਂ ਪਿਆਰ ਨਾਲ, ਤੁਸੀਂ ਰਾਤ ਨੂੰ ਜਾ ਜਾ ਕੇ ਬਾਹਰ ਕਿਉਂ ਖੇਡਦੇ ਹੋ। ਨੈਣ ਨੀਰ ਬਾਰਕ ਕੀ ਨਿਆਈ, ਹੁਣ ਅੱਖਾਂ ਵਿੱਚੋਂ ਜਾਲ ਆ ਗਿਆ ਜਿਵੇਂ ਬੱਚਿਆਂ ਦੇ ਆਉਂਦਾ ਹੈ। ਅਬਨੀ ਖਨਤ ਸੰਤ ਸੁਖਦਾਈ, ਸੰਤਾਂ ਨੂੰ ਸੁਖ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਸਿਰਫ ਮਾਤਾ ਜੀ ਨੂੰ ਆਪਣਾ ਪਿਆਰ ਦਿਖਾਉਂਦੇ ਨੇ ਤੇ ਚਰਨਾਂ ਦੇ ਨਾਲ ਜਿਵੇਂ ਅੰਗੂਠੇ ਨਾਲ ਥੋੜੀ ਥੋੜੀ ਜ਼ਮੀਨ ਨੂੰ ਖੁਰਚਦੇ ਨੇ। ਅੱਖਾਂ 'ਚੋਂ ਜਾਲ ਆ ਗਿਆ ਕਿ ਹੁਣ ਮਾਤਾ ਜੀ ਗੁੱਸੇ ਹੋ ਰਹੇ ਹਨ। ਕਰ ਸੋ ਕਰ ਗਹਿ ਕਰ ਪੁਨ ਮਾਤਾ, ਉਸ ਵਕਤ ਮਾਤਾ ਜੀ ਨੇ ਆਪਣੇ ਹੱਥ ਦੇ ਨਾਲ ਗੁਰੂ ਨਾਨਕ ਦੇਵ ਦੇ ਕਰ ਕਮਲਾਂ ਨੂੰ ਪਕੜ ਕੇ ਅੰਕ ਬਸਾਏ ਕਹਿਓ ਬਹੁ ਭਾਂਤਾ, ਗੋਦ ਵਿੱਚ ਬਿਠਾ ਕੇ ਬਹੁਤ ਸਾਰਾ ਪਿਆਰ ਦਿੱਤਾ ਤੇ ਸਮਝਾਇਆ। ਭੁੱਖਨ ਅਵਰ ਦੇਹ ਕਰਵਾਈ, ਉਹਨਾਂ ਨੂੰ ਇਹ ਸੀ ਨਾ ਕਿ ਸੰਸਾਰੀ ਬੱਚਾ ਪਤਾ ਨਹੀਂ ਸੀ ਕੌਣ ਨੇ। ਕਹਿੰਦੇ ਕੋਈ ਨਹੀਂ ਤੂੰ ਰੋ ਨਾ, ਬਹੁਤ ਸਿਆਣਾ ਪੁੱਤ, ਪੜ੍ਹਾਈ ਕਰੇਗਾ ਤੇ ਤੈਨੂੰ ਹੋਰ ਬਣਾ ਦਿਆਂਗੇ, ਇਦਾਂ ਦੇ ਤੈਨੂੰ ਸੋਨੇ ਦੇ ਗਹਿਣੇ ਬਣਾ ਦਿਆਂਗੇ, ਤੈਨੂੰ ਆਹ ਬਣਾ ਦਿਆਂਗੇ, ਤੈਨੂੰ ਆਹ ਚੀਜ਼ ਲੈ ਦਿਆਂਗੇ। ਇਸ ਤਰੀਕੇ ਨਾਲ ਮਾਤਾ ਜੀ ਸਮਝਾਉਣ ਲੱਗੇ। ਭੋਜਨ ਮਦਰ ਲੇਹੋ ਨਿਤ ਖਾਈ, ਰੋਜ਼ ਤੈਨੂੰ ਮਿੱਠੀਆਂ ਮਿੱਠੀਆਂ ਚੀਜ਼ਾਂ ਖਵਾ ਕਰਨੀਆਂ ਮੈਂ, ਬਸ ਮੇਰਾ ਪੁੱਤ ਇੱਕ ਵਾਰ ਪੜ ਜਾ। ਜੇ ਅਬ ਪੜ੍ਹੈ ਪ੍ਰੀਤ ਕਰ ਲੇਖਾ, ਜੇ ਤੂੰ ਹੁਣ ਪ੍ਰੀਤੀ ਦੇ ਨਾਲ ਸਾਰਾ ਲੇਖਾ ਪੱਤਾ ਸਿੱਖ ਜਾਏਗਾ ਨਾ ਕਰਨਾ, ਸਾਰਾ ਅਕਾਊਂਟ ਦਾ ਕੰਮ, ਤਾਂ ਫਿਰ ਇਸ ਤਰੀਕੇ ਨਾਲ ਤੂੰ ਪਟਵਾਰਖਾਨੇ 'ਚ ਕਾਮਯਾਬ ਹੋ ਜਾਏਗਾ। ਕਾਰਜ ਆਵਹਿ ਹੋਏ ਬਸਿੱਖਾ, ਸਾਰੇ ਕੰਮ ਵਿਸ਼ੇਸ਼ ਕਰਕੇ ਕਰ ਸਕੇਗਾ ਤੂੰ ਬੇਟੇ, ਇਸ ਕਰਕੇ ਤੂੰ ਪੜ੍ਹਨਾ ਹੈ। ਦੋਹਰਾ ਅਜਰ ਮਾਂਝ ਵਿਚਰਤ ਬੋਹਰ, ਸੰਝ ਭਈ ਜਿਹ ਕਾਲ, ਵਿਹੜੇ ਦੇ ਵਿੱਚ ਵਿਚਰਦਿਆਂ ਜਦੋਂ ਸਾਂਝ ਹੋ ਗਈ, ਸ਼ਾਮ ਦਾ ਵਕਤ ਹੋਇਆ। ਕਾਲੂ ਆਲੇ ਆਏ ਪਿਖ, ਲੋਚਨ ਲਾਲ ਕਿਰਪਾਲ, ਸੋ ਬਾਬਾ ਕਲਿਆਣ ਚੰਦ ਜੀ ਨੇ ਆਇਆ ਹੋਇਆ ਦੇਖਿਆ ਕਿ ਇਹ ਤਾਂ ਘਰੇ ਹੀ ਫਿਰਦੇ ਨੇ, ਔਰ ਪਿਆਰੇ ਨੇਤਰਾਂ ਵਾਲੇ ਕਿਰਪਾਲੂ ਗੁਰੂ ਜੀ ਨੂੰ ਦੇਖਿਆ ਜਦੋਂ। ਚੌਪਾਈ ਪ੍ਰੇਮ ਮੋਦ ਸੋ ਗਰੇ ਲਗਾਇਓ, ਪ੍ਰੇਮ ਦੇ ਨਾਲ ਆਪਣੇ ਗਲ ਨਾਲ ਲਾਇਆ ਪਹਿਲਾਂ ਆ ਕਰਕੇ। ਐਸ ਮੰਚ ਪਰ ਅੰਕ ਬਸਾਇਓ, ਪਲੰਗ ਤੇ ਬੈਠ ਕਰਕੇ ਆਪਣੀ ਗੋਦ ਵਿੱਚ ਬਿਠਾ ਲਿਆ। ਪੜਿਓ ਆਨ ਜੋ ਮੁਝੇ ਸੁਨਾਏ, ਅੱਜ ਜੋ ਪੜ੍ਹੇ ਹੋ ਫਿਰ ਸੁਣਾਓ, ਕੀ ਪੜ੍ਹ ਕੇ ਆਏ ਹੋ ਅੱਜ ਮੇਰਾ ਪੁੱਤਰ ਕੀ ਪੜ੍ਹਿਆ ਹੈ, ਸੁਣਾਓ। ਕੋਵਿਦ ਪਾਦਾ ਤੁਝੈ ਪੜਾਏ, ਉਹ ਜਿਹੜਾ ਕੋਵਿਦ ਸੀ ਪੰਡਿਤ ਪਾਂਧਾ ਜਿਹੜਾ ਸੀ, ਉਹ ਤੈਨੂੰ ਕੀ ਪੜਾਇਆ ਅੱਜ ਉਹਨਾਂ ਨੇ, ਮੈਨੂੰ ਸੁਣਾ ਕੀ ਪੜਾਇਆ। ਸੁਣ ਕਰ ਪਿਤਾ ਬਚਨ ਨਿਜ ਕਾਨਣ, ਸੁਣ ਕੇ ਪਿਤਾ ਜੀ ਦੇ ਬਚਨ ਆਪਣੇ ਕੰਨਾਂ ਦੇ ਵਿੱਚ। ਕੇਤਕ ਪੈੜੇ ਕਹੇ ਕਮਲਾਨਣ, ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਸ਼ੁਰੂ ਕਰ ਦਿੱਤੇ, ਸਾਰੇ ਹੀ ਪਹਾੜੇ ਗਾ ਦਿੱਤੇ, ਜਿਉਂ ਲੱਗੇ ਸ਼ੁਰੂ ਕਰਕੇ। ਔਰ ਬਾਬਾ ਕਲਿਆਣ ਚੰਦ ਜੀ ਦੇਖੀ ਜਾਂਦੇ, ਇਹ ਇੱਕ ਦਿਨ 'ਚ ਹੀ ਪੜ੍ਹੇ ਸਾਰੇ, ਇਹ ਹਲੇ 2 ਦਿਨ ਹੀ ਹੋਏ ਨੇ, ਦੂਜਾ ਦਿਨ ਹੀ ਸੀ ਅੱਜ। ਸਾਰੇ ਹੀ ਪਹਾੜੇ ਸ਼ੁਰੂ ਤੋਂ ਲੈ ਕੇ ਸੁਣਾ ਦਿੱਤੇ। ਹਿਤੂ ਹੁਤੇ ਸੋ ਬਾਰਕ ਆਏ, ਜਿਹੜੇ ਹਿਤੂ ਸੀ ਬੱਚੇ ਉਹ ਆ ਗਏ ਖੇਡਣ ਵਾਲੇ। ਪੌਣੇ ਉੱਠ ਕਰ ਤਨ ਸੰਗ ਸਦਾਏ, ਫਿਰ ਉਹਨਾਂ ਬੱਚਿਆਂ ਦੇ ਨਾਲ ਚਲੇ ਗਏ ਬਾਹਰ। ਖੇਲਣ ਲੱਗੇ ਬੀਥਕਾ ਮਾਹੀ, ਬੀਹੀ ਹੁੰਦੀ, ਬੀਥਕਾ ਤੋਂ ਭਾਵ ਬੀਹੀ ਕਹਿੰਦੇ ਪਿੰਡਾਂ 'ਚ ਗਲੀ, ਜਾ ਕੇ ਗਲੀ ਵਿੱਚ ਖੇਡਣ ਲੱਗ ਪਏ। ਚੰਦ ਚਾਂਦਨੀ ਪੂਰਨ ਜਾਹੀ, ਚੰਦਰਮਾ ਦੀ ਚਾਂਦਨੀ ਸੀ ਪੂਰਨ, ਉਦੋਂ ਜਾ ਕੇ ਖੇਡੇ। ਸ੍ਰੀ ਮੁਖ ਨਾਨਕ ਭਨ ਹੈ ਕਹਾਣੀ, ਗੁਰੂ ਨਾਨਕ ਦੇਵ ਜੀ ਪਰਮੇਸ਼ਰ ਦੀ ਕਥਾ ਸੁਣਾਉਂਦੇ ਨੇ ਸਾਰੇ ਬੱਚਿਆਂ ਨੂੰ। ਭਜਨ ਭਗਤ ਸੋ ਮਿਲੀ ਜੋ ਬਾਨੀ, ਭਜਨ ਬੰਦਗੀ ਵਾਲੀ ਕੋਈ ਚੀਜ਼ ਸੁਣਾਉਂਦੇ ਨੇ। ਜੇ ਬੱਚਿਆਂ ਦਾ ਮਨ ਭਜਨ ਵਿੱਚ ਲੱਗ ਜਾਵੇ, ਬੱਚਿਆਂ ਨੂੰ ਬੱਚਾ ਸੁਣਾਵੇ ਤਾਂ ਜ਼ਿਆਦਾ ਅਸਰ ਪੈਂਦਾ। ਇਸ ਕਰਕੇ ਮਹਾਰਾਜ ਬੱਚਿਆਂ ਨੂੰ ਬਹੁਤ ਭਜਨ ਪਾਠ ਦੀਆਂ ਚੀਜ਼ਾਂ ਸੁਣਾਉਂਦੇ ਆ। ਦੋਹਰਾ ਮధుਰ ਸੁਦਾ ਸਮ ਬਚਨ ਸੁਨਾ, ਤੂਸ਼ਨ ਹੋਵਹਿ ਬਾਲ, ਹੁਣ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਮਿੱਠੇ ਮਿੱਠੇ ਬਚਨ ਅੰਮ੍ਰਿਤ ਵਰਗੇ ਸੁਣਦੇ ਨੇ ਬਾਲਕ, ਤਾਂ ਉਹ ਚੁੱਪ ਹੋ ਜਾਂਦੇ ਨੇ, ਪਿਆਰ ਨਾਲ ਸੁਣਦੇ ਨੇ। ਚਿਤ ਤੇ ਤ੍ਰਿਪਤ ਨਾ ਚਿਤ ਵਿਖੈ, ਚਾਹੈ ਚੌਂਪ ਵਿਸਾਲ, ਕਿਉਂ ਕਰਕੇ ਉਹ ਮਨ ਦੇ ਅੰਦਰ ਰੱਜੇ ਨਹੀਂ। ਹੋਰ ਸੁਣਾਓ। ਮਹਾਰਾਜ ਕਹਿੰਦੇ ਹਨੇਰਾ ਹੋ ਗਿਆ, ਹੁਣ ਘਰ ਨਹੀਂ ਜਾਣਾ। ਕਹਿੰਦੇ ਕੋਈ ਨਹੀਂ, ਹੋਰ ਸੁਣਾਂਗੇ ਅਸੀਂ ਹਲੇ, ਇੱਕ ਹੋਰ ਸੁਣਾ ਦਿਓ ਸਾਨੂੰ, ਇੱਕ ਹੋਰ। ਸਤਿਗੁਰੂ ਕਦੇ ਉਹਨਾਂ ਧਰੂ ਦੀ, ਕਦੇ ਪ੍ਰਹਿਲਾਦ ਦੀ, ਕਦੇ ਹੋਰ ਸਾਖੀਆਂ,
ਨਾਮ ਜਪਣ ਦੇ ਕੀ ਲਾਭ ਨੇ, ਨਾਮ ਨਾਲ ਕੀ ਕਿਰਪਾ ਹੁੰਦੀ ਹੈ। ਛੋਟੇ ਛੋਟੇ ਬੱਚੇ ਸਿਰ ਹਿਲਾਉਂਦੇ ਨੇ, ਤੁਸੀਂ ਵੀ ਕਿਹਾ ਕਰੋ ਵਾਹਿਗੁਰੂ ਵਾਹਿਗੁਰੂ। ਹਾਂ ਜੀ, ਅਸੀਂ ਵੀ ਕਹਾਂਗੇ। ਆਓ ਭਾਈ ਜੀ ਕਮਾਨ ਬਚਨ ਜਿਉ ਬਾਨਾ। ਮਹਾਰਾਜ ਸੱਚੇ ਪਾਤਸ਼ਾਹ ਦੀ ਜੀਭ ਮਾਨੋ ਕਮਾਨ ਵਾਂਗੂ ਹੈ। ਬਚਨ ਇੱਕ ਜਿਵੇਂ ਤੀਰ ਹੁੰਦਾ ਹੈ, ਇਉਂ ਜਾ ਕੇ ਵੱਜਦਾ ਹੈ। ਮਦਰਾਈ ਮਦ ਭਲਕ ਸਮਾਨਾ। ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਮਿਠਾਸ ਬਹੁਤ ਜ਼ਿਆਦਾ, ਮਾਨੋ ਮਿੱਠਤ ਰੂਪੀ ਚਿੱਲੇ 'ਚ ਚੜਾ ਕੇ ਜ਼ੁਬਾਨ ਰੂਪੀ ਕਮਾਨ ਵਿੱਚੋਂ ਬਚਨ ਰੂਪੀ ਤੀਰ ਹਿਰਦੇ 'ਚ ਮਾਰਦੇ ਨੇ ਅਗਲੇ ਦੇ। ਤੀਖਨ ਕਰੇ ਸਾਨ ਚਤੁਰਾਈ। ਬਹੁਤ ਜਿਹੜੀ ਭਗਤੀ ਦੀ ਸਿਆਣਪ ਨਾਲ ਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਨ ਹੁੰਦੀ ਜਿਹਦੇ ਉੱਤੇ ਘਸਾ ਘਸਾ ਕੇ ਤਿੱਖਾ ਕਰਦੇ ਨੇ। ਤੀਰ ਤਿੱਖਾ ਕੀਤਾ ਸਿਆਣਪ ਦੇ ਨਾਲ। ਨਾਨਾ ਉਕਤਨ ਪੰਖ ਸੁਹਾਈ। ਨਾਨਾ ਉਕਤੀਆਂ ਯੁਕਤੀਆਂ ਜਿਹੜੀਆਂ ਉਹਦੇ ਵਿੱਚ ਸੁਣਾਉਣੀਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਯੁਕਤੀਆਂ ਲਾ ਕੇ ਸਾਰੇ ਬੱਚਿਆਂ ਨੂੰ ਸੁਣਾਉਣੀਆਂ ਨੇ। ਜਿਵੇਂ ਤੀਰ ਦੇ ਮਗਰਲੇ ਪਾਸੇ ਖੰਭ ਜੇ ਲਾਏ ਹੁੰਦੇ ਨੇ, ਕਹਿੰਦੇ ਖੰਭਾਂ ਦੀਆਂ ਉਗਤੀਆਂ ਜੁਗਤੀਆਂ ਲਾ ਕੇ ਬਚਨ ਸੁਣਾਉਂਦੇ ਨੇ। ਬਾਲ ਬ੍ਰਿੰਦ ਹਿਰਦਾ ਲਛ ਭੇਦਾ। ਬੱਚਿਆਂ ਦੇ ਸਾਰਿਆਂ ਦੇ ਹਿਰਦੇ ਰੂਪੀ ਨਿਸ਼ਾਨੇ ਦੇ ਉੱਤੇ ਤੀਰ ਵੱਜਦਾ ਜਾ ਕੇ। ਭੈ ਲਟੂਹਾ ਹੋਏ ਅਖੇਦਾ। ਕਹਿੰਦੇ ਮਾਨੋ ਬੱਚੇ ਜਦੋਂ ਜਾ ਕੇ ਵੇ ਤੀਰ ਵੱਜਦਾ ਨਾ, ਲਟੂਹਾ ਹੋ ਗਏ। ਲਟੂਹਾ ਕਹਿੰਦੇ ਮੋਹਿਤ ਹੋ ਗਏ ਇੱਕਦਮ। ਵੀ ਤੀਰ ਵੱਜੇ ਤਾਂ ਲਟੂਹਾ ਹੋ ਕੇ ਬੰਦਾ ਮੂਧਾ ਡਿੱਗ ਪੈਂਦਾ ਨਾ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਂਝੋ ਏਕ, ਲਾਗਤ ਹੀ ਭੋਏ ਗਿਰ ਪਰਾ ਕਰੇਜੇ ਛੇਕ। ਸਤਿਗੁਰੂ ਸੂਰਮੇ ਦਾ ਐਸਾ ਸ਼ਬਦ ਦਾ ਬਾਣ ਜਦੋਂ ਸਤਿਗੁਰੂ ਨੇ ਸੁਣਾਇਆ, ਬੱਚਿਆਂ ਦੇ ਦਿਲ ਵਿੱਚ ਜਾ ਕੇ ਵੱਜਿਆ। ਉਹ ਬਚਨ ਜਿਹੜਾ ਹਿਰਦੇ 'ਚ ਵੜ ਗਿਆ। ਅਸੀਂ ਇਹ ਗੁਰੂ ਨਾਨਕ ਸਾਹਿਬ ਦਾ ਕਿਹਾ ਹੋਇਆ ਬਚਨ ਕਮਾਉਣਾ ਹੈ। ਸਾਜ ਕਰ ਸੰਗ ਸਾਧਨ ਨਹਿ ਜਾਵਹਿ। ਔਰ ਘਰ ਨਹੀਂ ਜਾਂਦੇ, ਅਸੀਂ ਨਹੀਂ ਜਾਂਦੇ ਘਰ, ਅਸੀਂ ਤਾਂ ਤੁਹਾਡੇ ਕੋਲ ਹੋਰ ਸੁਣਾਂਗੇ। ਮਾਤ ਪਿਤਾ ਤਬ ਆਨ ਬੁਲਾਵਹਿ। ਸਾਰਿਆਂ ਬੱਚਿਆਂ ਦੇ ਮਾਤਾ ਪਿਤਾ ਬੁਲਾਉਣ ਆਉਂਦੇ ਨੇ। ਚਲੋ ਬਈ ਘਰ ਹਨੇਰਾ ਹੋ ਗਿਆ, ਟਾਈਮ ਹੋ ਗਿਆ, ਸੌਣਾ ਹੈ, ਸਵੇਰੇ ਜਾਣਾ ਹੈ। ਗਹਿ ਕਰ ਲੈ ਜਾਵਹਿ ਬਰਿਆਈ। ਬਰਿਆਈ ਹੁੰਦੀ ਵਧੋ ਵਧੀ ਧੱਕੇ ਨਾਲ ਖਿੱਚ ਕੇ ਲੈ ਜਾਣਾ ਘਰੋਂ। ਚਲੋ ਸੌਣਾ ਨਹੀਂ ਜਾ ਕੇ। ਨਿਆਣੇ ਕਹਿੰਦੇ ਅਸੀਂ ਹੋਰ ਸੁਣਨਾ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਈ ਜਾਣਾ ਵੀ ਜ਼ਰੂਰੀ ਹੈ, ਮਾਤਾ ਪਿਤਾ ਦੀ ਆਗਿਆਕਾਰੀ ਵੀ ਬਣਨਾ ਹੈ। ਤੇ ਜੇ ਤੁਸੀਂ ਕੱਲ ਨੂੰ ਆਉਣਾ ਤਾਂ ਅੱਜ ਜ਼ਰੂਰ ਜਾਓ, ਨਹੀਂ ਤੁਹਾਡੇ ਮਾਤਾ ਪਿਤਾ ਨੇ ਮੇਰੇ ਕੋਲ ਆਉਣ ਨਹੀਂ ਦੇਣਾ ਤੁਹਾਨੂੰ ਕੱਲ ਨੂੰ। ਤਜਨ ਹੈ ਸਕਈ ਮਨ ਬਿਰਮਾਈ। ਮਨ ਜਿਹੜਾ ਸੀ ਉਹਨਾਂ ਦਾ ਮੋਹਿਤ ਹੋ ਗਿਆ ਮਹਾਰਾਜ ਤੇ, ਛੱਡ ਕੇ ਨਹੀਂ ਜਾਂਦੇ। ਰੁਚਰ ਬਚਨ ਕੀ ਰੁਚਿ ਅਧਿਕਾਈ। ਤੱਕ ਸੁੰਦਰ ਬਚਨਾਂ ਦੀ ਬਹੁਤੀ ਰੁਚੀ ਜਾਗੀ ਮਨ ਦੇ ਅੰਦਰ। ਸੁਨ ਸੁਨ ਪਨ ਮਨ ਹੋਤ ਸਵਾਈ। ਸੁਣ ਸੁਣ ਕੇ ਮਨ ਹੋਰ ਜ਼ਿਆਦੇ ਉਧਰ ਨੂੰ ਉਹ ਰੁਚੀ ਵਧੀ ਜਾਂਦੀ ਹੈ। ਪਰਵੇਸ਼ਿਤ ਵਾਰਿਕ ਚੌਹ ਪਾਸਾ। ਚਾਰੇ ਪਾਸੇ ਮਹਾਰਾਜ ਨੂੰ ਘੇਰਿਆ ਹੋਇਆ ਬੱਚਿਆਂ ਨੇ। ਪੁੰਨਵਾਨ ਜਿਨ ਕੇ ਅਗਨਾਸਾ। ਬਹੁਤੇ ਪੁੰਨਾਂ ਵਾਲੇ ਬੱਚੇ ਨੇ, ਕਹਿੰਦੇ ਜਿਨ੍ਹਾਂ ਦੇ ਸਾਰੇ ਪਾਪ ਗੁਰੂ ਨਾਨਕ ਦੇਵ ਨੇ ਨਾਸ ਕਰਤੇ ਨੇ। ਨਾਨਕ ਵੈਸਾ ਹੈ ਬੀਚ ਵਿਰਾਜ ਹੈ। ਧੰਨ ਗੁਰੂ ਨਾਨਕ ਦੇਵ ਜੀ ਵਿਚਾਲੇ ਬੈਠ ਕੇ ਵਿੱਚ ਬਿਰਾਜਦੇ ਨੇ। ਮਤ ਸੁਨ ਜਿਨ ਹੈ ਸੋ ਧਰਮਾ ਲੱਜ ਹੈ। ਸੋ ਇੰਦਰ ਦੀ ਸਭਾ ਵੀ ਕਹਿੰਦੇ ਸ਼ਰਮਸਾਰ ਹੁੰਦੀ ਹੈ। ਇੰਦਰ ਦੀ ਸਭਾ ਸਭ ਤੋਂ ਸੋਹਣੀ ਮੰਨੀ ਹੈ, ਪਰ ਉਹ ਵੀ ਸ਼ਰਮਸਾਰ ਹੁੰਦਾ ਵੀ ਇਹ ਜੇ ਤਾਂ ਮੈਂ ਵੀ ਨਹੀਂ, ਅਸੀਂ ਵੀ ਰਾਗ ਰੰਗ ਜਿਹੀ ਦੇਖੀ ਜਾਂਦੇ ਆ। ਆਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿੰਨਾ ਸੋਹਣਾ ਉਪਦੇਸ਼ ਕਰਦੇ ਨੇ। ਮਾਨੋ ਦੇਵਤੇ ਵੀ ਆ ਕੇ ਸੁਣਦੇ ਨੇ, ਫੁੱਲਾਂ ਦੀ ਵਰਖਾ ਕਰਦੇ ਨੇ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਉਂ ਬਚਪਨ ਦੇ ਵਿੱਚ ਬੱਚਿਆਂ ਨੂੰ ਉਪਦੇਸ਼ ਕੀਤਾ, ਸਿਆਣਿਆਂ ਨੂੰ, ਛੋਟੇ ਵੱਡਾ ਜਿਹੜਾ ਮਿਲ ਗਿਆ। 5 ਸਾਲ ਦੀ ਉਮਰ, ਧੰਨ ਸੱਚੇ ਪਾਤਸ਼ਾਹ 5 ਸਾਲ ਦੇ ਨਿਆਣੇ ਦਾ ਉਹਦੀ ਕਿਰਿਆ ਦਾ ਨਹੀਂ ਪਤਾ ਹੁੰਦਾ ਕੀ ਕਰਨੀ ਹੈ। ਪਰ ਦੇਖੋ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸਤਿਗੁਰੂ ਸਰਬ ਕਲਾ ਸਮਰੱਥ ਸਾਰੀ ਸੰਗਤ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ। ਗੁਰਾਂ ਨੇ ਕਿਰਪਾ ਹੋ ਗਈ ਸਾਰਿਆਂ ਦੇ ਉੱਤੇ। ਇਉਂ ਮਹਾਰਾਜ ਨੇ ਨਾਮ ਜਪਾਇਆ ਸਾਰਿਆਂ ਨੂੰ। ਆਪਾਂ ਨੂੰ ਵੀ ਸਤਿਗੁਰੂ ਨੇ ਉਪਦੇਸ਼ ਕੀਤਾ ਹੈ, ਪਿਆਰ ਨਾਲ ਜਪੀਏ ਵਾਹਿਗੁਰੂ 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 ਧੰਨ ਵਾਹਿਗੁਰੂ।
ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਓਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇ